तो मेरे घर ਦੇ ਬਾਹਰ ਰੌਲਾ ਪਿਆ ਤੇ ਉਹ ਕਿਸੇ ਨੇ ਮੈਨੂੰ ਮਤਲਬ ਬੰਦਿਆਂ ਨੇ ਹੱਥ ਚੱਕਿਆ ਇਨ ਮਾਈ ਪ੍ਰੈਜ਼ੈਂਸ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪਾਲ ਸਿੰਘ ਬਰਾੜ ਜ਼ਿੰਦਾਬਾਦ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਮੋਹਾਲੀ ਦੇ ਸਨੀ ਇਨਕਲੇਵ ਦੇ ਵਿੱਚ ਖੜੇ ਹਾਂ। ਇੱਕ ਸ਼ਖਸੀਅਤ ਬਹੁਤ ਮਸ਼ਹੂਰ ਹੈ, ਸਾਹਿਤਕ ਵਰਲਡ ਦੇ ਵਿੱਚ ਬਹੁਤ ਦੇਣ ਦਿੱਤੀ ਹੈ, ਪੰਜਾਬੀ ਦਾ ਬਹੁਤ ਨਾਮ ਉੱਚਾ ਕੀਤਾ ਹੈ, ਮੈਡਮ ਮਨਜੀਤ ਇੰਦਰਾ। ਉਹ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਪਰ ਬੜੀ ਹੈਰਾਨੀ ਵਾਲੀ ਗੱਲ ਹੁੰਦੀ ਹੈ ਕਈ ਵਾਰੀ ਜਿਹੜੇ ਲੋਕ ਸਾਡੇ ਲਈ ਸੇਵਾ ਕਰਦੇ ਨੇ, ਜਿਹੜੇ ਲੋਕਾਂ ਨੇ ਆਪਣਾ ਆਪ ਸਾਰੀ ਜ਼ਿੰਦਗੀ ਸਾਡੀ ਪੰਜਾਬੀਅਤ ਦੇ, ਸਾਡੇ ਸੱਭਿਆਚਾਰ ਦੇ, ਸਾਡੇ ਲੋਕਾਂ ਦੇ ਨਾਮ ਲਾ ਦਿੱਤੀ ਹੁੰਦੀ ਹੈ, ਉਹਨਾਂ ਦੇ ਨਾਲ ਵੀ ਕਈ ਵਾਰੀ ਐਸੇ ਹਾਦਸੇ ਵਾਪਰ ਜਾਂਦੇ ਨੇ ਜਿਹੜੇ ਆਮ ਤੌਰ 'ਤੇ ਕੋਈ ਚੰਗਾ ਅਤੇ ਸੰਜੀਦਾ ਸੋਚਣ ਵਾਲੇ ਬੰਦਿਆਂ ਵਾਸਤੇ ਜਰਨੇ ਬਹੁਤ ਔਖੇ ਨੇ। ਇਹੋ ਜਿਹਾ ਇੱਕ ਹਾਦਸਾ ਜੋ ਹਾਲ ਹੀ ਦੇ ਵਿੱਚ 1-2 ਦਿਨ ਪਹਿਲਾਂ ਹੋਇਆ, ਮਨਜੀਤ ਇੰਦਰਾ ਮੈਮ, ਮੈਂ ਤੁਹਾਨੂੰ ਦੱਸ ਦਿੰਦਾ, ਇਹ ਮਨਜੀਤ ਇੰਦਰਾ ਜੀ ਦਾ ਘਰ ਹੈ ਸਨੀ ਇਨਕਲੇਵ ਦੇ ਵਿੱਚ, ਔਰ ਇੱਥੇ ਉਹ ਇਕੱਲੇ ਰਹਿੰਦੇ ਨੇ। ਔਰ ਉਹ ਮਤਲਬ ਮਨਜੀਤ ਇੰਦਰਾ ਇੱਕ ਅਜਿਹੀ ਲੇਡੀ ਹੈ ਜਿਸ ਨੇ ਇਕੱਲਿਆਂ ਰਹਿੰਦਿਆਂ ਸਾਹਿਤ ਦੀ ਝੋਲੀ ਦੇ ਵਿੱਚ ਵੀ, ਜਿਵੇਂ ਤੁਹਾਨੂੰ ਦੱਸਿਆ ਵੀ, ਅਨੇਕਾਂ ਤਰ੍ਹਾਂ ਦੀਆਂ ਕਵਿਤਾਵਾਂ, ਸਮਾਜ ਦੇ ਮੁੱਦੇ, ਕਿੰਨਾ ਕੁਛ ਮਤਲਬ ਲੋਕਾਂ ਦੀ ਝੋਲੀ ਦੇ ਵਿੱਚ ਪਾਇਆ, ਜਿਹਨੂੰ ਲੋਕ ਬਹੁਤ ਪਿਆਰ ਕਰਦੇ ਨੇ। ਅਤੇ ਇਹ ਸੁਸਾਇਟੀ ਦੇ ਵਿੱਚ ਰਹਿੰਦਿਆਂ, ਰੀਗਲ ਹੋਮ ਸੁਸਾਇਟੀ ਸਨੀ ਇਨਕਲੇਵ ਦੇ ਵਿੱਚ ਬਣੀ ਹੈ, ਇੱਥੇ ਰਹਿੰਦਿਆਂ ਵੀ ਮਨਜੀਤ ਇੰਦਰਾ ਮੈਮ ਨੇ, ਜਿਵੇਂ ਸੁਸਾਇਟੀ ਦੇ ਲੋਕਾਂ ਨਾਲ ਵੀ ਗੱਲ ਕਰਕੇ ਆਏ ਹਾਂ, ਜਾਂ ਜੋ ਵੀ ਇਹਨਾਂ ਦੀ ਲੋਕ ਗਵਾਹੀ ਭਰਦੇ ਨੇ ਕਿ ਜੋ ਵੀ ਇਹਨਾਂ ਨੇ ਇੱਥੇ ਰਹਿ ਕੇ ਵੀ ਕੰਮ ਕੀਤਾ, ਸੁਸਾਇਟੀ ਦੇ ਲੋਕਾਂ ਦੀ ਪ੍ਰੋਬਲਮਸ ਨੂੰ ਸਰਕਾਰ ਤੱਕ ਪਹੁੰਚਾਉਣਾ, ਜਾਂ ਆਪਣੇ ਕੋਲੋਂ ਪੈਸੇ ਖਰਚ ਕੇ ਲੋਕਾਂ ਦੀਆਂ ਗੱਲਾਂ ਸੁਣਨੀਆਂ, ਲੋਕਾਂ ਦੇ ਮੁੱਦੇ ਸੋਲਵ ਕਰਨੇ ਜਾਂ ਪ੍ਰੋਬਲਮ ਸੋਲਵ ਕਰਨੀਆਂ। ਪਰ ਉਸ ਇੱਕ ਲੇਡੀ ਤੇ ਉਸ ਸ਼ਖਸੀਅਤ 'ਤੇ ਕੁਝ ਦਿਨ ਪਹਿਲਾਂ ਹਮਲਾ ਹੋ ਜਾਂਦਾ ਹੈ। ਕੋਈ ਪਰਿਵਾਰ ਆਉਂਦਾ ਹੈ, ਜਦ ਇੱਕ ਲੇਡੀ ਆਉਂਦੀ ਹੈ, ਕੁਛ ਹੋਰ ਉਹਦੇ ਨਾਲ ਸਾਥੀ ਆਉਂਦੇ ਨੇ, ਜੋ ਘਰੇ ਇਕੱਲੀ ਲੇਡੀ ਨੂੰ ਦੇਖ ਕੇ ਗੇਟ ਖੋਲ੍ਹ ਕੇ ਅੰਦਰ ਵੜ ਕੇ ਉਹਨਾਂ 'ਤੇ ਹਮਲਾ ਕਰਦੇ ਨੇ, ਹੱਥੋਂ ਪਾਈ ਕਰਦੇ ਨੇ। ਪੂਰਾ ਮਾਮਲਾ ਕੀ ਹੈ ਮੈਂ ਮਨਜੀਤ ਇੰਦਰਾ ਦੇ ਮੂੰਹੋਂ ਹੀ ਸੁਣ ਲੈਂਦੇ ਹਾਂ। ਕੁਛ ਸੁਸਾਇਟੀ ਦੇ ਹੋਰ ਵੀ ਸਾਥੀ ਜੋ ਇਹਨਾਂ ਦੇ ਬਹੁਤ ਨਜ਼ਦੀਕੀ ਨੇ, ਚਾਹੇ ਇਕੱਲੇ ਨੇ, ਬਟ ਜੋ ਇਹਨਾਂ ਦੇ ਸਾਥੀ ਨੇ ਇਕੱਲੇ ਨਹੀਂ ਰਹਿਣ ਦਿੰਦੇ, ਕਿਉਂਕਿ ਸੱਚਮੁੱਚ ਕਿਉਂਕਿ ਜੋ ਇਹਨਾਂ ਨੇ ਰਿਸਪੈਕਟ ਕਮਾਈ ਹੈ ਉਹ ਕੋਈ ਨਹੀਂ ਇੰਨੀ ਜਲਦੀ ਕਮਾ ਸਕਦਾ। ਮੈਡਮ ਮਨਜੀਤ ਇੰਦਰਾ ਸਾਡੇ ਨਾਲ ਨੇ। ਮੈਮ, ਬੜੇ ਦੁੱਖ ਦੀ ਘੜੀ ਹੈ ਨਾ, ਅਸੀਂ ਤੁਹਾਨੂੰ ਹਮੇਸ਼ਾ ਸੁਣਦੇ ਰਹੇ ਹਾਂ, ਔਰ ਤੁਸੀਂ ਮਤਲਬ ਮੈਂ ਜਿਵੇਂ ਦੱਸਿਆ ਵੀ ਤੁਸੀਂ ਕਮਾਲ ਹੋ, ਹਮੇਸ਼ਾ ਹੀ ਤੁਸੀਂ ਕਮਾਲ ਦਾ ਲਿਖਿਆ। ਅਤੇ ਇਹ ਕੀ ਕਹਾਣੀ ਬੀਤੀ ਹੈ ਨਾ, ਮਤਲਬ ਇਹ ਹਾਦਸੇ ਹੋ ਜਾਣੇ ਇੱਦਾਂ ਦੇ, ਉਹ ਵੀ ਤੁਹਾਡੇ ਵਰਗੇ ਲੋਕਾਂ ਦੇ ਨਾਲ, ਅਤੇ ਇੱਕ ਇਕੱਲੀ ਲੇਡੀ, ਜੇ ਅਸੀਂ ਸਾਰਾ ਕੁਝ ਛੱਡ ਦਈਏ, ਚਲੋ ਮਨਜੀਤ ਇੰਦਰਾ ਦਾ ਕੋਈ ਨਾਮ ਨਹੀਂ ਮੰਨ ਲਈਏ, ਪਰ ਇੱਕ ਇਕੱਲੀ ਲੇਡੀ ਜੋ ਆਪਣੇ ਘਰ 'ਚ ਰਹਿੰਦੀ, ਉਹਦੇ ਘਰ ਦੇ ਵਿੱਚ ਆ ਕੇ ਕੋਈ ਹਮਲਾ ਕਰਦੇ, ਅਤੇ ਹਾਲੇ ਤੱਕ ਕੋਈ ਐਡਾ ਵੱਡਾ ਐਕਸ਼ਨ ਜਿੰਨਾ ਹੋ ਜਾਣਾ ਚਾਹੀਦਾ ਸੀ ਉਹਨਾਂ ਨਹੀਂ ਹੁੰਦਾ। ਤਾਂ ਉਸ ਲੇਡੀ ਜਿਸ ਨੇ ਆਪਣੀ ਸਾਰੀ ਉਮਰ ਸੇਵਾ ਦੇ ਲਈ ਲਾਈ ਹੈ, ਕੀ ਕਹਾਣੀਆਂ ਪੁੱਛ ਲੈਂਦੇ ਹਾਂ। ਕੀ ਹਾਦਸਾ ਸੀਗਾ ਜੀ? 19 ਤਰੀਕ ਦਾ ਹਾਦਸਾ ਸੀ। ਮਤਲਬ ਇਹ 19 ਤਰੀਕ ਰਾਤ ਨੂੰ ਮੈਂ ਟੀਵੀ ਦੇਖ ਰਹੀ ਸਾਂ, ਤੋ ਮੇਰਾ ਖਿਆਲ ਹੈ 9:30 ਵਜੇ ਸੀ, ਆਸੇ ਪਾਸੇ ਦਾ ਟਾਈਮ ਹੋਏਗਾ ਇੰਨਾ ਰਾਤ ਦੇ। ਤੋ ਲੋਕ ਘਰਾਂ ਦੇ ਵਿੱਚ ਬੜੇ ਹੁੰਦੇ ਨੇ, ਤੋ ਮੇਰੇ ਘਰ ਦੇ ਬਾਹਰ ਰੌਲਾ ਪਿਆ, ਤੇ ਉਹ ਕਿਸੇ ਨੇ ਮੈਨੂੰ ਮਤਲਬ ਕਿਹਾ ਬਾਹਰ ਨਿਕਲ, ਬਾਹਰ ਨਿਕਲ। ਕਿਸੇ ਲੇਡੀ ਦੀ ਆਵਾਜ਼ ਸੀ ਜਾਂ ਲੇਡੀ ਦੀ ਆਵਾਜ਼ ਸੀ, ਪਿੱਛੇ ਬੰਦੇ ਦੀ ਆਵਾਜ਼ ਸੀਗੀ। ਅਤੇ ਮੈਂ ਇੱਕਦਮ ਥੋੜ੍ਹਾ ਜਿਹਾ ਘਬਰਾਈ, ਮੈਂ ਅੰਦਰੋਂ ਹੀ ਦਰਵਾਜ਼ੇ ਬੰਦ 'ਚੋਂ, ਮੈਂ ਕਿਹਾ ਕੌਣ ਹੈ? ਉਹਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਮੈਂ ਕਿਹਾ ਸ਼ਾਇਦ ਵੀ ਲੱਕੜ ਦਾ ਦਰਵਾਜ਼ਾ ਬੰਦ ਹੈ ਅਤੇ ਨਹੀਂ ਸੁਣਿਆ ਹੋਣਾ। ਮੈਂ ਫਿਰ ਉਹ ਜਾਲੀ ਵਾਲੇ ਦਰਵਾਜ਼ੇ ਵਿੱਚੋਂ ਦੀ ਕਿਹਾ ਕੌਣ ਹੈ? ਉਹ ਮੈਨੂੰ ਕਹਿੰਦੀ ਕੁੱਤੀਏ ਬਾਹਰ ਨਿਕਲ। ਤਾਂ ਮੇਰੇ ਲਈ ਬੜੀ ਹੈਰਾਨੀ ਵਾਲੀ ਗੱਲ ਸੀ ਵੀ ਇਹ ਕੀ ਗੱਲ ਹੋਈ। ਅਤੇ ਮੈਂ ਦਰਵਾਜ਼ਾ ਖੋਲ੍ਹਿਆ, ਮੈਂ ਕਿਹਾ ਬੀਬਾ ਤੂੰ ਕੌਣ ਹੈ? ਮੈਨੂੰ ਉਹ ਕਹਿੰਦੀ ਤੂੰ ਕੌਣ ਹੈ? ਮੈਂ ਕਿਹਾ ਵੀ ਮੈਂ ਉਹ ਹਾਂ ਜਿਹਦਾ ਦਰਵਾਜ਼ਾ ਤੂੰ ਖੜਕਾ ਰਹੀ ਹੈ, ਦਰਵਾਜ਼ਾ ਕਰ ਰਹੀ ਹੈ। ਮੈਂ ਕਿਹਾ ਤੂੰ ਕੌਣ ਹੈ? ਮੈਂ ਮਿਸਿਸ ਪਰਵਿੰਦਰ ਸਿੰਘ। ਮੈਂ ਕਿਹਾ ਅੱਛਾ, ਪ੍ਰੋਬਲਮ ਕੀ ਹੈ? ਉਹ ਬੰਦਾ ਕਹਿੰਦਾ ਕਾਰ 'ਚ ਹੀ ਬੈਠਾ ਹੋਇਆ, ਕਹਿੰਦਾ ਇਹਦੇ ਭੈਣ ਗਾਲ ਕੱਢ ਕੇ ਮਾਰ ਚਪੇੜੇ ਦੇ। ਤਾਂ ਨੈਚੁਰਲੀ ਹੁਣ ਮੇਰਾ ਘਬਰਾਉਣਾ ਤਾਂ ਬਹੁਤ ਹੋਰ ਤਰ੍ਹਾਂ ਸੀਗਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਪ੍ਰੋਬਲਮ ਕੀ ਹੈ? ਅਤੇ ਮਤਲਬ ਉਹਨੇ ਇੰਨਾ ਅਵਾ ਤਵਾ, ਇੰਨਾ ਕੁ ਬਕਵਾਸ ਕੀਤਾ। ਉਹਨੇ ਫਿਰ ਕਿਹਾ ਮਾਰ ਚਪੇੜ।
ਮੈਂ ਫਿਰ ਇੱਕਦਮ ਸਾਈਡ ਤੋਂ ਨਿਕਲ ਕੇ ਮੈਂ ਆਪਣੇ ਨਾਲ ਗੁਆਂਢ 'ਚ ਗਈ ਤੇ ਮੈਂ ਉਹ ਮੁੰਡੇ ਨੂੰ ਜਗਾਇਆ। ਮੈਂ ਕਿਹਾ ਹੀਰੇ ਬਾਹਰ ਆ, ਮੈਂ ਕਿਹਾ ਕੋਈ ਪ੍ਰੋਬਲਮ ਹੋ ਗਈ। ਉਹ ਇੱਕਦਮ ਆਇਆ। ਇਨ ਦਾ ਮੀਨ ਟਾਈਮ ਇਹ ਸਭ ਲੋਕ ਆ ਗਏ ਸੀ। ਸੋ ਇਹਨਾਂ ਨਾਲ ਹੋਰ ਵੀ ਲੋਕ ਆ ਗਏ ਸੀ, ਮਤਲਬ ਹਸਬੈਂਡ ਵਾਈਫ ਸੀ। ਨਾਲ ਹਸਬੈਂਡ ਵਾਈਫ ਸੀ। ਉਹ ਕਾਰ 'ਚ ਸ਼ਰਾਬ ਪੀਤੀ ਹੋਈ ਸੀ। ਮੇਰਾ ਖਿਆਲ ਹੈ ਉਹਨੇ ਤੀਵੀਂ ਨੇ ਵੀ ਸ਼ਰਾਬ ਪੀਤੀ ਹੋਈ ਸੀ, ਨਹੀਂ ਤਾਂ ਉਹ ਇੰਨਾ ਬਕਵਾਸ ਨਹੀਂ ਕਰਦਾ। ਉਹ ਇੱਕ ਬੰਦਾ ਸੀ, ਉਹਨੇ ਵਿੱਚ ਇੱਕ ਰਣਜੀਤ ਸਿੰਘ ਸੀ, ਉਹਨੇ ਵੀ ਸ਼ਰਾਬ ਪੀਤੀ ਸੀ। ਪਰਵਿੰਦਰ ਸਿੰਘ ਨੇ ਸ਼ਰਾਬ ਪੀਤੀ ਹੋਈ ਸੀ। ਇੱਕ ਸੰਦੀਪ ਸਿੰਘ ਆ ਗਿਆ, ਮੈਨੂੰ ਨਹੀਂ ਪਤਾ ਵੀ ਕੌਣ ਸੀ। ਫਿਰ ਉਦੋਂ ਬਾਅਦ ਤਾਂ ਮੈਨੂੰ ਕਿੱਸਾ ਹੀ ਨਹੀਂ ਪਤਾ। ਉਦੋਂ ਬਾਅਦ ਤਾਂ ਮੇਰੀ ਸੁਸਾਇਟੀ ਵਾਲਿਆਂ ਨੇ ਸਾਂਭਿਆ ਮੈਨੂੰ। ਮੈਂ ਬਲੱਡ ਪ੍ਰੈਸ਼ਰ ਦੀ ਮਰੀਜ਼ ਹਾਂ ਔਰ ਮੇਰਾ ਇੰਨਾ ਕੁ ਜ਼ਿਆਦਾ ਬੁਰਾ ਹਾਲ ਸੀਗਾ ਇੱਥੇ। ਹਰਮਨ ਹੀਰੇ ਸਿੰਘ ਹੀਰਾ ਦੀ ਵਾਈਫ ਹੈਗੀ ਆ ਗਗਨ, PGI ਦੇ ਵਿੱਚ ਹੈ ਉਹ, ਸਟਾਫ ਨਰਸ ਹੈ। ਇੱਕ ਆਪਣੇ ਸਾਡਾ ਸੈਕਟਰੀ ਹੈ ਯੂਨੀਵਰਸਿਟੀ ਇੱਥੋਂ ਦਾ, ਉਹਦੀ ਵਾਈਫ ਜਿਹੜੀ ਹੈ ਉਹ ਜਿਹੜਾ ਯੋਗੇਸ਼ ਅਰੋੜਾ, ਉਹਦੀ ਵਾਈਫ 32 ਸੈਕਟਰ ਦੇ ਵਿੱਚ ਹਸਪੀਟਲ ਦੇ ਵਿੱਚ ਨਰਸ ਹੈਗੀ ਹੈ। ਇਹਨਾਂ ਲੋਕਾਂ ਨੇ ਮੈਨੂੰ ਸੰਭਾਲਿਆ। ਨਹੀਂ ਤਾਂ ਤੁਸੀਂ ਸੋਚ ਲਓ ਮੈਂ ਕਿੰਨੀ ਬਰੇਵ ਹਾਂ। ਜਦੋਂ ਇਹ ਆ ਗਏ ਉਦੋਂ ਵੀ ਇੱਥੇ ਸੀਗੇ ਜੀ? ਕਿੰਨੇ ਕੀ ਦੇਰ ਰੁਕੇ ਰਹੇ? ਉਹ 12:30 ਵਜੇ ਤੱਕ ਇੱਥੇ ਰਹੇ ਜੀ। ਇਹ ਤਕਰੀਬਨ 2 ਘੰਟੇ ਇੱਥੇ ਬੱਕਾਬਾਦ ਚੱਲਦੀ ਰਹੀ। ਮੇਰਾ ਦਿਮਾਗ ਕੰਮ ਵੀ ਕੀਤਾ ਵੀ ਆਪਾਂ ਕਰ ਦਈਏ। ਇਹ ਨਾ ਕੁੜੀਆਂ ਨੇ ਮੈਨੂੰ ਕਿਹਾ, ਸਾਹਮਣੇ ਮੇਰੇ ਆਰਟਿਸਟ ਰਹਿੰਦੀ ਆ ਪੂਨਮ ਸੂਦ, ਉਹ ਕਰ ਦਈਏ ਆਪਾਂ। ਇਹਨੇ ਮੈਨੂੰ ਕਿਹਾ ਵੀ ਪੁਲਿਸ ਬੁਲਾ ਲਈਏ। ਮੈਂ ਕਿਹਾ ਬਕਵਾਸ ਕਰਕੇ ਝੱਖ ਮਾਰ ਕੇ ਚਲੇ ਜਾਣਗੇ। ਮੈਂ ਕਿਹਾ ਆਪਣਾ ਕਿਹੜਾ ਕਸੂਰ ਹੈ ਕੋਈ। ਇਹ ਫਟਾਫਟ ਆਈ, ਕਹਿੰਦੀ ਜੀ ਪੁਲਿਸ ਤਾਂ ਆ ਗਈ, ਇਹਨਾਂ ਨੇ ਬੁਲਾ ਲਈ। ਅੱਛਾ, ਉਹਨਾਂ ਨੇ ਹਮਲਾ ਵੀ ਕੀਤਾ, ਘਰੇ ਵੀ ਆਏ ਤੇ ਪੁਲਿਸ ਵੀ ਬੁਲਾਈ, ਨਾਲੇ ਚੋਰ ਨਾਲੇ ਚਤਰਾਈਆਂ। ਪੁਲਿਸ ਬੁਲਾ ਲਈ, ਸੀਨਾ ਜ਼ੋਰੀ ਕੀਤੀ ਨਾ। ਪੁਲਿਸ ਨੇ ਇਹ ਨਹੀਂ ਦੇਖਿਆ 11 ਵਜੇ 19 ਤਰੀਕ ਨੂੰ 11 ਵਜੇ ਲੱਗਣਾ ਸੀ ਲੋਕਡਾਊਨ। ਉਹਨਾਂ ਨੂੰ ਚਾਹੀਦਾ ਸੀ ਕਿ ਇਹਨਾਂ ਨੂੰ ਅੰਦਰ ਦਿੰਦੇ ਵੀ ਤੁਸੀਂ ਕਿਉਂ ਇੱਕ ਲੇਡੀ ਦੇ ਘਰ ਦੇ ਬਾਹਰ ਖੜੇ ਹੋ। ਇਹ ਚਲਦੇ ਮੈਂ ਤੁਹਾਨੂੰ ਨਾਲ ਦੀ ਨਾਲ ਅਸੀਂ ਫੁਟੇਜ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਇਸ ਗੱਲ ਦੀ ਸੱਚਾਈ ਉੱਥੋਂ ਪਤਾ ਲੱਗਦੀ ਕਿਉਂਕਿ ਇਹਨਾਂ ਦੇ ਘਰ ਦੇ ਬਾਹਰ ਕੈਮਰੇ, ਆਪਣੇ ਘਰ ਦੇ ਬਾਹਰ ਕੈਮਰੇ ਲੱਗੇ ਹੋਏ ਨੇ ਜੀ। ਇਹ ਕੈਮਰੇ ਲੱਗੇ ਹੋਏ ਨੇ ਔਰ ਇਹ ਕੈਮਰੇ ਦੀ ਜੋ ਫੁਟੇਜ ਹੈ ਉਹਦੇ ਵਿੱਚ ਸਾਫ਼ ਦਿਖਦਾ, ਜੋ ਇਹ ਮੈਮ ਦੱਸ ਰਹੇ ਨੇ ਉਹ ਸਾਫ਼ ਦਿਖਦਾ ਕਿ ਕੁਝ ਬਾਹਰੀ ਲੋਕ ਆਏ, ਉਹਨਾਂ ਨੇ ਹਮਲਾ ਕੀਤਾ, ਕਾਫੀ ਦੇਰ ਤੱਕ ਬੋਲਦੇ ਰਹੇ। ਹਾਲਾਂਕਿ ਸਾਊਂਡ ਰਿਕਾਰਡ ਨਹੀਂ ਹੋਈ ਬਟ ਅਸੀਂ ਸਪਸ਼ਟ ਉਹ ਦੇਖ ਸਕਦੇ, ਨਾਲ ਤੁਹਾਨੂੰ ਫੁਟੇਜ ਦਿਖਾ ਰਹੇ ਹਾਂ। ਉਸ ਤੋਂ ਬਾਅਦ ਕੀ ਹੋਇਆ? ਤੇ ਉਸ ਤੋਂ ਬਾਅਦ ਜਿਹੜਾ ਹੋਇਆ ਕਿ ਪੁਲਿਸ ਆਈ ਹੈ। ਪੁਲਿਸ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ। ਉਹ ਇਹਨਾਂ ਲੋਕਾਂ ਨੇ ਮੈਨੂੰ ਦੱਸਿਆ, ਤੁਸੀਂ ਇਹਨਾਂ ਲੋਕਾਂ ਨੂੰ ਪੁੱਛੋ ਵੀ ਉਹ ਕੀ ਕਹਿੰਦੀ ਸੀ ਕੀ ਨਹੀਂ ਕਰਦੀ। ਉਹ ਮੈਂ ਤਾਂ ਪ੍ਰੌਂਪਟ ਕੀਤੀ ਤੇ ਨਹੀਂ ਦੱਸਣਾ ਚਾਹੁੰਦੀ। ਉਹ ਪੁਲਿਸ ਨੇ ਮੇਰੇ ਕੋਲ ਆ ਕੇ ਇੱਕ ਨਹੀਂ ਸਮਝਿਆ। ਪਹਿਲੀ ਗੱਲ ਮੇਰਾ ਪੁਲਿਸ ਨੂੰ ਇਹ ਹੈ ਕਿ ਇਤਰਾਜ਼ ਕਿ 11 ਵਜੇ ਤੁਸੀਂ ਖੜੇ ਕਿਉਂ ਹੋ ਇੱਥੇ? ਲੋਕਡਾਊਨ ਹੋ ਗਿਆ, ਤੁਹਾਡਾ ਕੀ ਕੰਮ ਹੈ? ਉਹਨਾਂ ਤੇ ਉਸੇ ਵੇਲੇ ਹੋਣਾ ਚਾਹੀਦਾ ਸੀ, ਉਹਨਾਂ ਤੇ ਚਲਾਨ ਕੱਟ ਦੇ। ਲੇਕਿਨ ਪੁਲਿਸ ਉੱਥੇ ਇੰਜੋਏ ਕਰ ਰਹੀ, ਪੁਲਿਸ ਵੀ ਖੜੀ ਹੈ। 2 ਘੰਟੇ ਚੱਲਦਾ ਰਿਹਾ ਇਹ ਮਾਮਲਾ। ਹਾਂਜੀ 12:30 ਵਜੇ ਮੇਰਾ ਖਿਆਲ ਆ 12:15 12:30 ਵਜੇ ਪੁਲਿਸ ਇੱਥੋਂ ਗਈ ਹੈ ਤੇ ਉਹ ਚੱਕਰ ਕੱਢ ਕੇ ਸਵੇਰੇ ਆ ਜਿਓ ਲਿਖ ਕੇ ਲੈ ਕੇ ਗਈ। ਉਹਨਾਂ ਦਾ ਫਰਜ਼ ਬਣਦਾ ਸੀ, ਜੇ ਮੇਰੇ ਨਾਲ ਗੱਲ ਨਹੀਂ ਸੀ ਕਰਨੀ ਮੈਨੂੰ ਫੋਨ ਕਰਦੇ, ਬੈਲ ਕਰਦੇ, ਕੁਝ ਗੱਲ ਕਰਦੇ। ਪੁਲਿਸ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਕੌਣ ਸੀ ਜੀ ਤੁਸੀਂ ਜੇ ਤੁਸੀਂ ਕੋਈ ਆਇਆ ਸਾਡੇ ਘਰੇ ਹਮਲਾ ਹੀ ਕਰਤਾ ਇੱਕ ਤਰ੍ਹਾਂ ਦਾ, ਹਨਾ? ਤਾਂ ਫਿਰ ਕੌਣ ਸੀ? ਤੁਸੀਂ ਜਾਣਦੇ ਹੋਵੋਗੇ ਕੌਣ ਸੀਗੇ ਉਹ ਲੋਕ? ਉਹ ਪਰਵਿੰਦਰ ਸਿੰਘ, ਆਪਣਾ ਉਹਦੀ ਵਾਈਫ, ਉਹਦਾ ਬੇਟਾ। ਔਰ ਕੀ ਰੌਲਾ ਹੈ ਜੀ, ਕੀ ਮਕਸਦ ਹੈ ਉਹਨਾਂ ਦਾ, ਕਿਉਂ ਆਏ ਇੱਕ ਹਮਲਾ ਕਰ? ਦੇਖੋ, ਜਿਵੇਂ ਤੁਸੀਂ ਹੁਣੇ ਹੀ ਕਿਹਾ ਕਿ ਵੀ ਇਹ ਸੁਸਾਇਟੀ ਖਾਸ ਤੌਰ ਤੇ ਸਨੀ ਇਨਕਲੇਵ ਵਿੱਚ ਬਿਜਲੀ ਪਾਣੀ ਦੀ ਸਮੱਸਿਆ ਵੱਡੀ ਸਮੱਸਿਆ ਆ। ਪੰਜਾਬ 'ਚ ਹੀ ਹੈ ਪਰ ਇੱਥੇ ਤਾਂ ਇੰਨੀ ਸਮੱਸਿਆ ਸੀਗੀ ਕਿ ਪਾਣੀ ਹੈ ਨਹੀਂ ਸੀਗਾ। ਅਸੀਂ ਟੈਂਕਰ ਮੰਗਵਾਉਂਦੇ ਸੀ, ਟੈਂਕਰ 'ਚ ਕਦੀ ਸੁੰਡੀਆਂ ਆ ਰਹੀਆਂ, ਗੰਦਾ ਪਾਣੀ ਆ ਰਿਹਾ। ਫਿਰ ਮੈਂ ਆਪਣਾ ਇਹਨਾਂ ਨੂੰ ਸਾਰਿਆਂ ਨੂੰ ਨਾਲ ਲਿਆ, ਬਾਜਵੇ ਨਾਲ ਅਸੀਂ ਜਾ ਕੇ। ਇਹ ਸੌਖਾ ਨਹੀਂ ਸੀ ਸਾਡੇ ਲਈ ਕੰਮ ਕਰਨਾ, ਤੋ ਅਸੀਂ ਆਪਣਾ ਟਿਊਬਵੈੱਲ ਲਾਇਆ, ਸਾਡੀ ਸੁਸਾਇਟੀ ਦਾ ਟਿਊਬਵੈੱਲ ਹੈ। ਅੱਛਾ, ਤੁਸੀਂ ਜਿਹੜੀ ਸਨੀ ਇਨਕਲੇਵ ਦੇ ਵਿੱਚ ਪਾਣੀ ਦੀ ਸਮੱਸਿਆ ਨੂੰ ਸੋਲਵ ਕਰਨਾ, ਤੁਸੀਂ ਇੱਥੇ ਸੋਲਵ ਕਰਨ ਵਾਸਤੇ ਆਪਣੇ ਲਵਾ ਲਿਆ ਟਿਊਬਵੈੱਲ? ਹਾਂ, ਅਸੀਂ ਆਪਣੀ ਸੁਸਾਇਟੀ ਦਾ ਟਿਊਬਵੈੱਲ ਲਾਇਆ। ਉਹਦਾ ਤੁਸੀਂ ਚੱਕਿਆ, ਮਤਲਬ ਮੁੱਦਾ ਬਾਜਵੇ ਨੂੰ ਅਸੀਂ ਕਿਹਾ ਵੀ ਬਾਜਵੇ ਦੇ ਨਾਂ ਤੇ ਲੱਗਿਆ। ਮੈਂ ਅੰਡਰਟੇਕਿੰਗ ਦਿੱਤੀ ਬਾਜਵੇ ਨੂੰ ਬਈ ਇਸ ਦਾ ਬਿਜਲੀ ਦਾ ਖਰਚਾ ਅਸੀਂ ਦਿਆਂਗੇ, ਜੇ ਨਹੀਂ ਹੋ ਤਾਂ ਆ ਮੇਰਾ ਅਕਾਊਂਟ ਨੰਬਰ ਹੈ, ਮੇਰੇ ਅਕਾਊਂਟ ਨੰਬਰ 'ਚੋਂ ਪੈਸੇ ਕੱਟ ਲਿਓ। ਤੁਸੀਂ ਮਤਲਬ ਇਹ ਕਿਹਾ ਵੀ ਸਾਰੀ ਸੁਸਾਇਟੀ 'ਚੋਂ ਇਕੱਠੇ ਕਰਕੇ ਮੈਂ ਦੇਵਾਂਗੀ, ਜੇ ਨਹੀਂ ਤਾਂ ਫਿਰ ਮੇਰਾ ਅਕਾਊਂਟ। ਤੋ ਅਸੀਂ ਫਿਰ ਉਸ ਵੇਲੇ ਸੁਸਾਇਟੀ ਫਾਰਮ ਹੋਈ ਜਿਹਦੇ ਵਿੱਚ ਯੋਗੇਸ਼ ਇਹ ਦੁਬਾਰਾ ਬਣੀ। ਫਿਰ ਇਹਦੇ ਵਿੱਚ ਯੋਗੇਸ਼ ਹੁਣ ਸੈਕਟਰੀ ਹੈ, ਸਾਡਾ ਜਸਬੀਰ ਸਿੰਘ ਕੈਸ਼ੀਅਰ ਹੈ। ਹਾਂ, ਕੈਸ਼ੀਅਰ ਦੇ ਉੱਤੇ ਉਹਨਾਂ ਬੰਦਿਆਂ ਨੇ ਹੱਥ ਚੱਕਿਆ ਇਨ ਮਾਈ ਪ੍ਰੈਜ਼ੈਂਸ। ਲੇਕਿਨ ਮੈਂ ਇੱਕ ਔਰਤ ਹਾਂ, ਪੰਜਾਬ ਸਰਕਾਰ ਨੇ, ਹਿੰਦੁਸਤਾਨ ਦੀ ਸਰਕਾਰ ਨੇ ਇਹ ਕਿਹਾ ਵੀ ਅਸੀਂ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਨੇ, ਖਾਸ ਤੌਰ ਤੇ ਔਰਤਾਂ ਨੇ, ਇਕੱਲੀਆਂ ਰਹਿੰਦੀਆਂ ਨੇ, ਅਸੀਂ ਉਹਨਾਂ ਦਾ ਸਾਥ ਦੇਵਾਂਗੇ, ਉਹਨਾਂ ਦੀ ਰਾਖੀ ਕਰਾਂਗੇ। ਇਹ ਕਿੱਥੇ ਹੈ? ਮੈਨੂੰ ਤਾਂ ਬਘਿਆੜਾ ਅੱਗੇ ਪਾਇਆ ਹੋਇਆ। ਬਿਲਕੁਲ ਇਹ ਕੁਝ ਸੁਸਾਇਟੀ ਹੋਰ ਵੀ ਮੈਂਬਰਸ ਨੇ
ਇਹ ਖੁਦ ਵੀ ਆਰਟਿਸਟ ਨੇ, ਪੂਨਮ ਸੂਦ, ਤੁਸੀਂ ਜ਼ਰੂਰ ਨਾਮ ਸੁਣਿਆ ਹੋਏਗਾ, ਸਾਹਮਣੇ ਰਹਿੰਦੇ ਨੇ ਮੈਮ ਦੇ। ਪੂਨਮ, ਕੀ ਮਸਲਾ ਸੀਗਾ? ਅੱਛਾ, ਤੁਸੀਂ ਪਹਿਲਾਂ ਇਹ ਦੱਸੋ ਵੀ ਮੈਮ ਤੁਹਾਡੀ ਸੁਸਾਇਟੀ ਦੇ ਪ੍ਰੈਜ਼ੀਡੈਂਟ ਨੇ, ਕੀ ਇਹਨਾਂ ਦੇ ਰੋਲ ਕੀ ਰਹਿੰਦੇ ਆ? ਮਤਲਬ ਜਿਨ੍ਹਾਂ ਨੇ ਸਾਹਿਤ ਦੀ ਦੁਨੀਆ ਦੇ ਵਿੱਚ ਜੋ ਰੋਲ ਦਿੱਤਾ ਹੈ ਉਹ ਤਾਂ ਕੋਈ ਨਹੀਂ ਭੁੱਲ ਸਕਦਾ। ਤੁਹਾਡੇ ਲਈ ਕੀ ਰੋਲ ਰਹੇ? ਇੱਕ ਤਾਂ ਰਿਸਪੈਕਟਫੁਲੀ ਹੈ ਨਾ, ਪਹਿਲਾਂ ਤਾਂ ਸੀਨੀਅਰ ਸਿਟੀਜ਼ਨ ਨੇ, ਔਰ ਐਜ਼ ਏ ਅਸੀਂ ਬੱਚੇ ਹੋਣ ਦੇ ਨਾਤੇ ਅਸੀਂ ਉਹਨਾਂ ਦੀ ਰਿਸਪੈਕਟ ਵੀ ਕਰਦੇ ਹਾਂ। ਔਰ ਜੋ ਇਹ ਸੁਸਾਇਟੀ ਲਈ ਕੰਮ ਕਰਦੇ ਨੇ, ਕਿਤੇ ਵੀ ਰੋਲਾ ਪੈ ਜੇ ਅਸੀਂ ਕਿਸੇ ਨੂੰ ਜਾ ਕੇ ਨਹੀਂ ਕਹਿੰਦੇ, ਅਸੀਂ ਮੈਮ ਨੂੰ ਕਹਿੰਦੇ ਹਮੇਸ਼ਾ ਕਿ ਮੈਮ ਆਹ ਕੰਮ ਦੀ ਪ੍ਰੋਬਲਮ ਆ ਰਹੀ ਹੈ, ਤਾਂ ਉਹਨਾਂ ਨੇ ਕਦੀ ਸਾਨੂੰ ਇਹ ਵੀ ਨਹੀਂ ਕਿਹਾ ਹੋਣਾ ਤੁਸੀਂ ਨਾਲ ਚਲੋ। ਉਹਨਾਂ ਦੇ ਇੱਕ ਫੋਨ ਤੇ ਸਾਰੇ ਕੰਮ ਹੋ ਜਾਂਦੇ ਆ। ਉਦੋਂ ਜਦੋਂ ਇਹ ਹਾਦਸਾ ਹੋਇਆ ਤਾਂ ਬਹੁਤ ਜ਼ਿਆਦਾ ਰੋਲਾ ਰੱਪਾ ਪੈ ਰਿਹਾ ਸੀ। ਤੁਸੀਂ ਸੀਗੇ ਉਸ ਮੈਂ ਉਸੇ ਟਾਈਮ ਸੀਗੀ, ਸ਼ਾਇਦ ਤੁਸੀਂ ਫੁਟੇਜ ਦੇਖੋਗੇ, ਮੈਂ ਸੀਗੀ ਖੜੀ ਹੋਈ। ਮੈਂ ਇੱਕਦਮ ਬਾਹਰ ਭੱਜੀ ਆਈ ਕਿ ਕੋਈ ਪ੍ਰੋਬਲਮ ਹੋਈ ਆ। ਮੈਨੂੰ ਲੱਗਿਆ ਮੈਮ ਸ਼ਾਇਦ ਕਿਸੇ ਲਈ ਨਾ ਫਿਰ ਜਿੱਦਾਂ ਕਿਸੇ ਨੂੰ ਸਹੀ ਸੁਲਾ ਸਫਾਈ ਕਰਾ ਰਹੇ ਨੇ, ਹੈ ਨਾ, ਸ਼ਾਇਦ ਉਹੀ ਗੱਲ ਹੋਈ ਹੋਣਗੀ। ਪਰ ਜਦੋਂ ਉਹ ਲੇਡੀਜ਼ ਇੰਨੀ ਉੱਚੀ ਉੱਚੀ ਬੋਲਦੀ ਸੀ, ਗਾਲਾਂ ਕੱਢ ਰਹੀ ਸੀ, ਮੈਂ ਮੈਮ ਨੂੰ ਕਿਹਾ, ਮੈਂ ਕਿਹਾ ਤੁਸੀਂ ਅੰਦਰ ਚਲੋ, ਮੈਂ ਕਿਹਾ ਇਹਨਾਂ ਨਾਲ ਗੱਲ ਕਰਦੇ। ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ, ਮੈਂ ਕਿਹਾ ਪ੍ਰੋਬਲਮ ਕੀ ਹੈ? ਕਹਿੰਦੇ ਆ ਦੇਖੋ ਇਹਨਾਂ ਨੇ ਸੋਸ਼ਲ ਮੀਡੀਆ ਤੇ ਇਦਾਂ ਦਾ ਕਰਕੇ ਪਾ ਦਿੱਤਾ, ਇਹ ਚੰਗੀ ਗੱਲ ਆ? ਮੈਂ ਉਹਨਾਂ ਨੂੰ ਕਿਹਾ ਸੋਸ਼ਲ ਮੀਡੀਆ ਨਹੀਂ ਹੈਗਾ, ਇਹ ਆਪਣਾ ਫੈਮਿਲੀ ਗਰੁੱਪ ਆ, ਕਿਉਂਕਿ ਅਸੀਂ ਇਸ ਸੁਸਾਇਟੀ ਦੇ ਮੈਂਬਰ ਆ ਤੇ ਉਹ ਸਾਡੇ ਪ੍ਰੈਜ਼ੀਡੈਂਟ ਨੇ, ਤੇ ਅਸੀਂ ਜਿਹੜੇ ਕੰਮ ਨਹੀਂ ਕਰਦੇ ਉਹ ਮੈਨੂੰ ਵੀ ਕਈ ਵਾਰੀ ਨੋਟਿਸ ਦੇ ਦਿੰਦੇ, ਕਿਉਂਕਿ ਮੈਂ ਕਈ ਵਾਰੀ ਨਹੀਂ ਰਹਿੰਦੀ ਤਾਂ ਉਹ ਮੈਨੂੰ ਹਮੇਸ਼ਾ ਲਿਖ ਕੇ ਭੇਜਣਗੇ, ਪੂਨਮ ਤੇਰੇ ਇੰਨੇ ਪੈਸੇ ਪੈਂਡਿੰਗ ਨੇ, ਹੈ ਨਾ। ਤਾਂ ਮੈਂ ਹੱਸ ਕੇ ਕਹਿ ਦਿੰਦੀ ਹਾਂਜੀ ਮੈਮ ਮੈਂ ਦੇ ਦਿੰਦੀ ਹਾਂ। ਤਾਂ ਉਹ ਨੈਚੁਰਲੀ ਇੱਕ ਪਰਿਵਾਰ ਆ। ਹੁਣ ਜਦੋਂ ਉਹ ਕਿੰਨਾ ਕੁ ਹੰਗਾਮਾ ਕੀਤਾ ਉਹਨਾਂ ਨੇ? ਮਤਲਬ ਅੰਦਰ ਵੜਨ ਦੀ ਕੋਸ਼ਿਸ਼ ਵੀ ਕੀਤੀ ਘਰ 'ਚ? ਨੈਚੁਰਲੀ ਗੱਲ ਆ, ਉਹ ਬੰਦਾ ਵੀ ਨੀਚੇ ਉਤਰ ਕੇ ਆਇਆ, ਉਹਨੇ ਹੱਥ-ਪਾਈ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਜਿਹੜੇ ਸਾਡੇ ਕੈਸ਼ੀਅਰ ਨੇ ਇੱਥੇ ਸਰ, ਉਹ ਸਰਦਾਰ ਹੈਗੇ ਨੇ ਨਾ, ਜਸਵੀਰ ਸਰ, ਤਾਂ ਉਹ ਇੰਨੇ ਰਿਸਪੈਕਟਫੁਲੀ, ਆਪਾਂ ਕਹਿੰਦੇ ਨਾ ਇੱਕ ਸਰਦਾਰ ਹੈ ਨਾ ਜਿਹਨਾਂ ਦੀ ਰਿਸਪੈਕਟ ਆਪਾਂ ਹਮੇਸ਼ਾ ਕਰਦੇ ਆਪਣੇ ਪੰਜਾਬੀਆਂ ਦੀ। ਉਹਨੇ ਇੰਨੀ ਡਰਿੰਕ ਕੀਤੀ ਸੀ, ਮੇਬੀ ਉਹਦੀ ਵਾਈਫ ਨੇ ਵੀ ਡਰਿੰਕ ਕੀਤੀ ਹੋਈ ਸੀਗੀ। ਤਾਂ ਜਦੋਂ ਉਹਨੇ ਹੱਥ ਪਾਉਣ ਲੱਗੇ ਤਾਂ ਉਹਨਾਂ ਦੇ ਨਾਲ 2-3 ਬੰਦੇ ਹੋਰ ਵੀ ਆ ਗਏ, ਉਹਨਾਂ ਨੇ ਵੀ ਡਰਿੰਕ ਕੀਤੀ ਹੋਈ ਸੀਗੀ। ਤਾਂ ਫਿਰ ਅਸੀਂ ਉਹਨਾਂ ਨੂੰ ਕਿਹਾ, ਮੈਂ ਜਾ ਕੇ ਨਾ ਮੈਮ ਨੂੰ ਤਾਂ ਅੰਦਰ ਛੱਡ ਆਉਂਦਾ ਸੀ, ਕਿਉਂਕਿ ਮੈਨੂੰ ਲੱਗ ਰਿਹਾ ਸੀ ਇਹਨਾਂ ਦੀ ਤਬੀਅਤ ਖਰਾਬ ਹੁੰਦੀ ਜਾ ਰਹੀ ਆ। ਤਾਂ ਜਦੋਂ ਅੰਦਰ ਗਏ ਤਾਂ ਮੈਨੂੰ ਛੱਡ ਕੇ ਵਾਪਸ ਆਈ। ਮੈਂ ਕਿਹਾ ਚਲੋ ਸਾਰਾ ਸੋਲਵ ਹੋ ਗਿਆ, ਉਹ ਵੀ ਨਿਕਲ ਜਾਣਗੇ ਬੋਲ ਕੇ। ਮੈਮ ਕਹਿੰਦੇ ਕੋਈ ਗੱਲ ਨਹੀਂ। ਮੈਂ ਕਿਹਾ ਆਪਾਂ ਪੁਲਿਸ ਨੂੰ ਕੰਪਲੇਂਟ ਕਰਦੇ। ਮੈਮ ਕਹਿੰਦੇ ਨਹੀਂ ਪੂਨਮ, ਐਵੇਂ ਦਿਮਾਗ ਖਰਾਬ ਹੈ ਇਹਨਾਂ ਦਾ, ਕੋਈ ਨਾ ਸਵੇਰੇ ਆਪਾਂ ਸੁਸਾਇਟੀ 'ਚ ਬੈਠ ਕੇ ਇਹਨਾਂ ਨਾਲ ਗੱਲ ਕਰਾਂਗੇ ਤੇ ਫਿਰ ਸਮਝਾਵਾਂਗੇ। ਮੈਂ ਠੀਕ ਹੈ। ਹਜੇ ਮੈਂ ਬਾਹਰ ਆ ਕੇ ਮੈਂ ਘਰੇ ਫਿਰ ਵਾਪਸ ਚਲੀ ਗਈ ਸੌਣ ਲਈ ਕਿ ਚਲੋ ਸੋ ਜਾਂਦੇ ਹਾਂ, 11 ਵੱਜ ਚੁੱਕਿਆ। ਉਨੀ ਦੇਰ ਨੂੰ ਪੁਲਿਸ ਦਾ ਹੌਰਨ ਵੱਜਦਾ ਕਿ ਪੁਲਿਸ ਆ ਗਈ ਆ। ਫਟਾਫਟ ਫਿਰ ਮੈਂ ਅੰਦਰੋਂ ਬਾਹਰ ਆਈ ਕਿ ਕੀ ਪ੍ਰੋਬਲਮ। ਪਤਾ ਲੱਗਿਆ ਵੀ ਪੁਲਿਸ ਵੀ ਉਹਨਾਂ ਨੇ ਬੁਲਾਈ ਹੈ? ਹਾਂਜੀ, ਪੁਲਿਸ ਵੀ ਉਹਨਾਂ ਨੇ ਬੁਲਾਈ। ਦੈਨ ਜਦੋਂ ਉਹ ਆਣ ਕੇ ਕਿ ਪਹਿਲਾਂ ਜਦੋਂ ਪੁਲਿਸ ਨਹੀਂ ਬੁਲਾਈ, ਜਦੋਂ ਮੈਂ ਇਹਨਾਂ ਨੂੰ ਜਾ ਕੇ ਦੱਸਿਆ ਨਾ ਕਿ ਉਹ ਪੁਲਿਸ ਨੂੰ ਕਾਲ ਕਰ ਰਿਹਾ, ਦੈਨ ਉਹ ਲੇਡੀ ਕਹਿ ਰਹੀ ਆ, ਮੈਂ ਕਹੂੰਗੀ ਕਿ ਮੇਰੇ ਤੇ ਹੱਥ ਚੱਕਿਆ ਸੀ, ਮੇਰੇ ਤੇ ਥੱਪੜ ਮਾਰਨ ਦੀ ਮੈਨੂੰ ਕੋਸ਼ਿਸ਼ ਕੀਤੀ, ਮੈਂ ਇਲਜ਼ਾਮ ਲਗਾਉਂਗੀ, ਇਹਨਾਂ ਨੂੰ ਅੰਦਰ ਮੈਂ ਕਰਾਉਂਦੀ ਹਾਂ। ਅੱਛਾ, ਪੁਲਿਸ ਦੇ ਆਉਣ ਤੋਂ ਪਹਿਲਾਂ? ਪੁਲਿਸ ਦੇ ਆਉਣ ਤੋਂ ਪਹਿਲਾਂ। ਦੈਨ ਮੈਂ ਇਹਨਾਂ ਨੂੰ ਕਿਹਾ ਪੁਲਿਸ ਨੂੰ ਉਹ ਕਾਲ ਕਰ ਰਿਹਾ। ਮੈਂ ਕਹਿੰਦੇ ਆਪਣਾ ਕਿਹੜਾ ਕੋਈ ਕਸੂਰ ਹੈ ਨਾ। ਵੈਸੇ ਮਤਲਬ ਜੋ ਗਰੁੱਪ ਦੇ ਵਿੱਚ ਤੁਸੀਂ ਵੀ ਹੈਗੇ ਹੋ ਜਿਸ ਦਾ ਮਾਮਲਾ ਸਾਰਾ? ਜੀ ਅਸੀਂ ਵੀ ਹੈਗੇ। ਮੈਮ ਨੇ ਮਨਜੀਤ ਇੰਦਰਾ ਮੈਮ ਨੇ ਓਨੈਸਟਲੀ ਰਿਸਪੈਕਟਫੁਲ ਮੈਸੇਜ ਪਾਇਆ ਸੀ ਜਾਂ ਕੁਝ ਉਹਨਾਂ ਨੂੰ ਕੁਝ ਸੱਚਮੁੱਚ ਲੱਗਣ ਵਾਲਾ ਹੁੰਦਾ? ਜੇ ਤੁਸੀਂ ਹੁੰਦੇ ਤੁਹਾਨੂੰ ਲੱਗਦਾ? ਨੈਚੁਰਲੀ ਇਹ ਲੱਗਣ ਵਾਲੀ ਗੱਲ ਹੈ ਹੀ ਨਹੀਂ ਸੀ। ਤੁਸੀਂ ਮੈਸੇਜ ਖੁਦ ਪੜ੍ਹਿਓ, ਕਿਸੇ ਨੂੰ ਵੀ ਪੜ੍ਹਾ ਲਿਓ। ਜੇ ਕੋਈ ਬੰਦਾ ਕਹਿ ਦੂਗਾ ਕਿ ਉਹਦੇ 'ਚ ਕੁਝ ਗਲਤ ਲਿਖਿਆ ਹੋਇਆ, ਕਿਉਂਕਿ ਮੈਂ ਕਹਿੰਦੀ ਕਿ ਮੈਂ ਨਹੀਂ ਅਗਰ ਪੈਸੇ ਦਊਂਗੀ, ਉਹ ਮੇਰੀ ਸੁਸਾਇਟੀ ਦੇ ਪ੍ਰੈਜ਼ੀਡੈਂਟ ਨੇ, ਹੈ ਨਾ, ਉਹ ਮੇਰਾ ਸਪੈਸ਼ਲੀ ਨਾਮ ਲਿਖਣਗੇ ਕਿ ਬਾਕੀ ਜਦੋਂ ਦੇ ਰਹੇ ਹੋ ਬਾਕੀਆਂ ਦਾ ਨਾਮ ਥੋੜ੍ਹੀ ਲਿਖਣਗੇ। ਹੋਰ ਕਿੰਨੀ ਸੁਸਾਇਟੀ ਜਿਹੜੇ 'ਚ ਕਾਫੀ ਘਰ ਨੇ ਲੋਕ ਸਾਥ ਦਿੰਦੇ ਨੇ? ਮਤਲਬ ਇਸ ਟਿਊਬਵੈਲ ਵਾਲੇ ਜੋ ਮੁੱਦਾ ਮੈਮ ਨੇ ਚੱਕਿਆ ਸੀ ਤਾਂ ਉਹ ਲਵਾਇਆ, ਉਹਦਾ ਲੋਕ ਸਾਥ ਦਿੰਦੇ ਨੇ, ਖੁਸ਼ ਨੇ? ਡੈਫੀਨੇਟਲੀ ਦਿੰਦੇ ਨੇ। ਹੁਣ ਅਸੀਂ ਵੀ ਬਿੱਲ ਦਿੰਦੇ ਹਾਂ, ਸਾਡੇ ਤੋਂ ਕਲੈਕਟ ਕੀਤਾ ਜਾਂਦਾ, ਅਸੀਂ ਦਿੰਦੇ ਹਾਂ। ਹੋ ਸਕਦਾ ਕਈ ਵਾਰੀ ਲੇਟ ਵੀ ਹੋ ਜਾਂਦਾ, ਕਿਉਂਕਿ ਕਈ ਵਾਰੀ ਅਸੀਂ ਘਰੇ ਨਹੀਂ ਰਹਿੰਦੇ, ਅਸੀਂ ਬਾਅਦ 'ਚੋਂ ਵੀ ਦਿੰਦੇ ਹਾਂ, ਕਿਉਂਕਿ ਅਸੀਂ ਮੈਮ ਦੀ ਰਿਸਪੈਕਟ ਕਰਦੇ ਹਾਂ। ਗੱਲ ਇੱਥੇ ਆਉਂਦੀ ਹੈ, ਚਾਹੇ ਉਹ ਪ੍ਰੈਜ਼ੀਡੈਂਟ ਨੇ ਚਾਹੇ ਨਹੀਂ ਨੇ, ਗੱਲ ਇੱਥੇ ਆਉਂਦੀ ਕਿ ਸੀਨੀਅਰ ਸਿਟੀਜ਼ਨ ਨੇ, ਹੈ ਨਾ, ਇੱਕ ਇਕੱਲੇ ਰਹਿੰਦੇ ਨੇ। ਕੱਲ੍ਹ ਨੂੰ ਅਸੀਂ ਵੀ ਇਕੱਲੇ, ਮੈਂ ਖੁਦ ਇਕੱਲੀ ਰਹਿੰਦੀ ਹਾਂ, ਅਸੀਂ ਵੀ ਸ਼ੂਟ 'ਤੇ ਚਲੇ ਜਾਂਦੇ ਹਾਂ, ਕੱਲ੍ਹ ਨੂੰ ਕੋਈ ਵੀ ਆਣ ਕੇ ਅਟੈਕ ਕਰ ਦੂਗਾ। ਹਾਂ, ਇਹ ਮਾਮਲਾ ਬੜਾ ਇੰਪੋਰਟੈਂਟ ਹੈ ਵੀ ਇਹ ਜੋ ਇਹ ਕੁੜੀ ਹੈ ਵੀ ਕਹਿੰਦੀ ਮੈਂ ਇਕੱਲੀ ਹਾਂ, ਮੈਮ ਵੀ ਇਕੱਲੇ ਰਹਿੰਦੇ ਨੇ, ਤਾਂ ਕਿੰਨਾ ਮੁਹਾਲੀ ਵਰਗਾ ਸ਼ਹਿਰ ਜਿੱਥੇ ਕਹਿ ਦਿੰਦੇ ਵੀ ਦਿੱਲੀ ਚਲੋ ਅਨਸੇਫ ਸੀਗਾ, ਮੋਹਾਲੀ ਨੂੰ ਤਾਂ ਬੜਾ ਵਧੀਆ ਜਿਹਾ ਮੰਨਦੇ ਆ, ਮੋਹਾਲੀ ਚੰਡੀਗੜ੍ਹ ਸ਼ਹਿਰ, ਇਹੋ ਜਿਹੇ ਸ਼ਹਿਰ ਦੇ ਵਿੱਚ ਇਕੱਲੇ ਰਹਿ ਕੇ ਕੁੜੀ ਫਿਰ ਇਹੋ ਜਿਹੇ ਹਾਦਸਿਆਂ ਤੋਂ ਕੀ ਲੱਗਦਾ ਵੀ ਕਿੰਨੇ ਕੁ ਸੇਫ ਹੋ ਤੁਸੀਂ? ਪੁਲਿਸ ਦਾ ਕਿੰਨਾ ਕੁ ਸਾਥ ਰਹਿੰਦਾ? ਪ੍ਰਸ਼ਾਸਨ ਕਿੰਨਾ ਕੁ ਐਕਟਿਵ ਹੈ? ਪ੍ਰਸ਼ਾਸਨ ਐਕਟਿਵ ਮੈਨੂੰ ਨਹੀਂ ਲੱਗ ਰਿਹਾ, ਕਿਉਂਕਿ ਜੇ ਉਹਨਾਂ ਨੂੰ ਲੱਗਦਾ ਕਿ ਹੈ ਨਾ ਉਹਨਾਂ ਨੇ ਆਣ ਕੇ ਰਿਪੋਰਟ ਲਿਖਾਈ ਆ, ਹੈ ਨਾ, ਉਹਨਾਂ ਨੇ ਗਲਤ ਬੋਲਿਆ, ਸਾਹਮਣੇ ਗਲਤ ਬੋਲ ਰਿਹਾ, ਮੇਰਾ ਬ੍ਰਦਰ ਕਹਿ ਰਿਹਾ ਮੈਂ ਜਾ ਕੇ ਬੋਲਦਾ, ਹਜੇ ਛੋਟਾ ਉਹ 16 ਈਅਰ ਦਾ, ਹੈ ਨਾ, ਦੈਨ ਜਾ ਕੇ ਮੈਂ ਬੋਲਦਾ ਗਲਤ ਬੋਲ ਰਿਹਾ, ਇਹ ਤਾਂ ਝੂਠ ਬੋਲ ਰਹੇ ਨੇ, ਸਾਫ਼-ਸਾਫ਼ ਪੁਲਿਸ ਨੂੰ ਲਿਖਾ ਰਹੇ। ਮੈਂ ਕਿਹਾ ਪੁਲਿਸ ਨੂੰ ਵੀ ਪਤਾ ਲੱਗ ਜਾਂਦਾ ਕਿ ਉਹਨਾਂ ਨੇ ਡਰਿੰਕ ਕੀਤੀ ਹੋਈ ਆ। ਚਲੋ ਕੋਈ ਗੱਲ ਨਹੀਂ, ਇਹ ਪੁੱਛਣਗੇ, ਜਦੋਂ ਮੈਮ ਤੋਂ ਪੁੱਛਣਗੇ ਜਾਂ ਸਾਡੇ ਤੋਂ ਪੁੱਛਣਗੇ, ਅਸੀਂ ਡੈਫੀਨੇਟਲੀ ਦੱਸਾਂਗੇ ਕਿ ਹੈ ਨਾ ਅਸਲੀ ਗੱਲ ਕੀ ਸੀ। ਪਰ ਉਹਨਾਂ ਨੇ ਇੰਨੀ ਗੱਲ ਪੁੱਛੀ ਨਹੀਂ, ਉਹ ਸਿੱਧਾ ਚਲੇ ਗਏ। ਜਾਣੀ ਕਿ ਉਹਨਾਂ ਨੇ ਕੋਈ ਇਨਕੁਆਇਰੀ ਨਹੀਂ ਕੀਤੀ ਕਿ ਵਾਕਈ ਗੱਲ, ਕਿਉਂਕਿ ਹਮੇਸ਼ਾ ਪੁਲਿਸ ਦਾ ਕੰਮ ਕੀ ਹੁੰਦਾ, ਉਹ ਦੋਨਾਂ ਧਿਰਾਂ ਦੀ ਗੱਲ ਸੁਣਨੀ ਚਾਹੀਦੀ ਹੈ ਨਾ, ਕਿ ਇੱਕ ਨੇ ਜੇ ਤੁਹਾਨੂੰ ਬੁਲਾਇਆ ਔਰ ਤੁਹਾਨੂੰ ਦਿਖ ਰਿਹਾ ਕਿ ਉਹ ਬੰਦੇ ਨੇ ਡਰਿੰਕ ਕੀਤੀ ਹੋਈ, ਤੁਹਾਡੇ ਤੋਂ ਤੁਸੀਂ ਪੁਲਿਸ ਨੂੰ ਰਿਪੋਰਟ ਦਿੱਤੀ ਹੈ? ਦੇਖੋ ਮੈਂ ਪੁਲਿਸ ਨੂੰ ਮੈਂ ਆਪ ਗਈ ਸੀਗੀ। ਨਹੀਂ, ਉਸ ਤੋਂ ਬਾਅਦ ਜਦੋਂ ਉਹ ਪੁਲਿਸ ਆਈ ਉਹ ਤੁਹਾਡੇ ਕੋਲ ਨਹੀਂ ਆਈ, ਉਸ ਤੋਂ ਬਾਅਦ ਪੁਲਿਸ ਨੂੰ ਰਿਪੋਰਟ ਮੈਂ ਦਿੱਤੀ? 21 ਤਰੀਕ ਨੂੰ, ਕੋ ਮੇਰੀ ਤਬੀਅਤ ਬਹੁਤ ਮਾੜੀ ਸੀਗੀ, 21 ਤਰੀਕ ਨੂੰ ਤੁਸੀਂ ਰਿਪੋਰਟ ਦਿੱਤੀ? ਤਰੀਕ ਨੂੰ ਮੈਂ ਗਈ ਆ, ਮੇਰੇ ਨਾਲ ਇਹ ਹੀਰਾ ਮੁੰਡਾ ਗਿਆ, ਅਸੀਂ ਗਏ ਆ ਉੱਥੇ, ਤੁਸੀਂ ਇਹਨੂੰ ਪੁੱਛ ਲਿਓ।
ਉਹ ਪੁਲਿਸ ਵਾਲੇ ਕਹਿੰਦੇ ਤੂੰ ਤਾਂ 452 ਆਪੇ ਹੀ ਲਾਤੀ, ਉਹ ਇੱਥੇ ਤਾਂ ਹੋਊਗਾ। ਮੈਂ ਕਿਹਾ 452 ਹੀ ਟ੍ਰੈਸਪਾਸਿੰਗ ਬਣਦੀ ਆ ਭਾਈ, ਜੇ ਕੋਈ ਹੋਰ ਬਣਦੀ ਆ ਤੁਸੀਂ ਹੋਰ ਲਾ ਦਿਓ, ਫਿਰ ਫੈਸਲਾ ਵੀ ਆਪੇ ਕਰ ਲੈ। ਅੱਛਾ, ਹਾਂ। ਇੱਕ ਲੇਡੀ ਕਹਿੰਦੀ ਹੈ ਮਾਫੀ ਮੰਗ ਲੈ ਤੂੰ ਉਹਦੇ ਕੋਲੋਂ। ਕਿਹੜੇ ਥਾਣੇ ਦੀ? ਸੰਨੀ ਇਨਕਲੇਵ ਦੇ ਵਿੱਚ ਖੜੇ ਸਰ? ਸੰਨੀ ਇਨਕਲੇਵ ਦੇ ਵਿੱਚ ਪੁਲਿਸ ਚੌਂਕੀ ਹੈ। ਅੱਛਾ, ਮਤਲਬ ਤੁਹਾਨੂੰ ਤੁਸੀਂ ਤੁਹਾਡੀ ਸ਼ਿਕਾਇਤ ਆ ਵੀ ਤੁਹਾਡੀ ਸੁਣਵਾਈ ਸਹੀ ਤਰੀਕੇ ਨਾਲ ਨਹੀਂ ਹੋਈ? ਨਹੀਂ ਮੈਂ ਫਿਰ ਉਹਨੂੰ ਮੈਂ ਕਿਹਾ ਇੰਚਾਰਜ ਨੂੰ ਮਿਲਣਾ। ਮੈਂ ਇੰਚਾਰਜ ਨੂੰ ਕਿਹਾ, ਮੈਂ ਕਿਹਾ ਵੀ ਮੈਂ ਤੁਹਾਨੂੰ ਬੇਟਾ ਕਹਿ ਸਕਦੀ ਹਾਂ? ਕਹਿੰਦਾ ਹਾਂਜੀ, ਮਾਈ ਪ੍ਰਿਵਿਲੇਜ ਨਰਪਿੰਦਰ ਸਿੰਘ। ਮੈਂ ਕਿਹਾ ਵੀ ਆਹ ਹੈਗੀ ਹੈ, ਮੈਂ ਆ ਕਹਿੰਦਾ ਨਹੀਂ ਜੀ ਆਈ ਵਿਲ ਡੂ। ਅੱਜ ਤੱਕ ਕੁਝ ਨਹੀਂ ਹੋਇਆ। ਮਤਲਬ ਅੱਜ 23 ਤਰੀਕ ਹੋ ਗਈ, ਸ਼ਾਇਦ 23 ਤਰੀਕ ਹੋ ਗਈ, 19 ਤਰੀਕ ਦਾ ਹਾਦਸਾ ਹੈ। 19 ਨੂੰ ਰਾਤ ਨੂੰ ਪੁਲਿਸ ਆਉਂਦੀ ਹੈ। ਪੁਲਿਸ ਨੇ ਪਹਿਲੀ ਗੱਲ ਲੋਕਡਾਊਨ 'ਚ ਬੰਦੇ ਖੜੇ ਨੇ, ਇੱਕ ਲੇਡੀ ਦੇ ਘਰ ਦੇ ਸਾਹਮਣੇ ਖੜੇ ਨੇ। ਮੈਨੂੰ ਜੇ ਨਹੀਂ ਪੁੱਛਣਾ ਸਵੇਰੇ ਨੂੰ ਮੇਰੇ ਕੋਲ ਆਉਂਦੇ ਰਿਸਪੈਕਟਫੁਲੀ, ਮੈਨੂੰ ਬੁਲਾ ਹੀ ਲੈਂਦੇ। ਨੋ ਨਥਿੰਗ। ਸੈਕਟਰੀ ਨੇ ਸਾਡੇ ਨਾਲ ਇਸ ਸੁਸਾਇਟੀ ਦੇ ਕੀ ਤੁਸੀਂ ਵੀ ਸੀਗੇ ਉਸ ਮਾਮਲੇ ਉਸ ਮੌਕੇ ਤੇ? ਹਾਂ, ਮੈਨੂੰ ਹੀਰਾ ਭਾਜੀ ਨੇ ਫ਼ੋਨ ਕਰਕੇ ਬੁਲਾਇਆ ਉਸ ਟਾਈਮ। ਜਦੋਂ ਉਹਨਾਂ ਨੇ ਬੁਲਾਇਆ ਮੈਂ ਦੇਖਿਆ ਉਹ ਲੇਡੀ ਕਾਫੀ ਜ਼ਿਆਦਾ ਬੋਲ ਰਹੀ ਸੀ ਔਰ ਮੈਡਮ ਨੂੰ, ਪੂਨਮ ਮੈਡਮ ਅੰਦਰ ਲੈ ਕੇ ਜਾ ਰਹੇ ਸੀਗੇ। ਉਦੋਂ ਮੈਡਮ ਦੀ ਤਬੀਅਤ ਸਾਨੂੰ ਥੋੜੀ ਨਾਸਾਜ਼ ਲੱਗੀ ਤਾਂ ਮੈਡਮ ਨੂੰ ਅਸੀਂ ਅੰਦਰ ਜਾ ਕੇ ਸੰਭਾਲ ਲਿਆ। ਜਦੋਂ ਤੱਕ ਅੰਦਰ ਸੰਭਾਲ ਲਿਆ ਤਦ ਤੱਕ ਉਹਨਾਂ ਨੇ ਬਾਹਰ ਦੇਖਿਆ ਕਿ ਪੁਲਿਸ ਪਲਸ ਬੁਲਾ ਲਈ, ਆਪਣਾ ਹੰਗਾਮਾ, ਝੂਠੀ ਕੰਪਲੇਂਟ ਲਿਖਵਾਤੀ। ਤੁਸੀਂ ਵੀ ਨਾਰਾਜ਼ ਹੋ ਜਿਹੜੀ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ? ਬਿਲਕੁਲ ਅਸੀਂ ਬਹੁਤ ਜ਼ਿਆਦਾ ਨਾਰਾਜ਼ ਹਾਂ ਕਿ ਪੁਲਿਸ ਨੂੰ ਮੈਮ ਨਾਲ ਇੱਦਾਂ ਨਹੀਂ ਕਰਨਾ ਚਾਹੀਦਾ, ਇੱਕ ਲੇਡੀ ਨਾਲ ਇੱਦਾਂ ਨਹੀਂ ਕਰਨਾ ਚਾਹੀਦਾ। ਅਸੀਂ ਉਦੋਂ ਦੁਬਾਰਾ ਰਿਕੁਐਸਟ ਕਰਦੇ ਹਾਂ ਕਿ ਇਹਨੂੰ ਜਲਦੀ ਤੋਂ ਜਲਦੀ ਸੋਲਵ ਕਰਨ। ਬੀਇੰਗ ਅ ਸੈਕਟਰੀ ਕੀ ਸੋਚਦੇ ਹੋ ਵੀ ਜਿਹੜੀਆਂ ਸੁਸਾਇਟੀਜ਼ ਨੇ ਫਿਰ ਇਹ ਇਕੱਲੀ ਲੇਡੀ ਵਾਸਤੇ ਕਿੰਨੀਆਂ ਕੁ ਸੇਫ? ਸਰ ਇਕੱਲੀ ਲੇਡੀ ਵਾਸਤੇ ਸੁਸਾਇਟੀ ਸੇਫ ਉਦੋਂ ਹੁੰਦੀ ਹੈ ਜਦੋਂ ਸਰ ਸਾਰੇ ਉਹਨਾਂ ਦੀ ਗੱਲ ਮੰਨਣ, ਰਿਸਪੈਕਟ ਕਰਨ। ਅਗਰ ਇੱਕ ਦੋ ਬੰਦੇ 99% ਠੀਕ ਹੈ, 1-2% ਬੰਦਿਆਂ ਨੇ ਅਗਰ ਸਿਰਫ 300 ਰੁਪਏ ਨਹੀਂ ਦੇਣਾ, ਇੰਨਾ ਹੰਗਾਮਾ ਕਰਨਾ 1 ਸਾਲ ਤੋਂ 300 ਰੁਪਏ, ਉਸ ਮਾਮਲੇ ਦੇ ਵਿੱਚ ਹਮਲਾ ਕਰ ਦੇਣਾ। ਚਲੋ ਇੱਕ ਦੋ ਬੰਦੇ ਦੀ ਚਲੋ 99% ਹਾਜ਼ਰ ਹੋਣ ਤੇ ਇੱਕ ਜੋ ਮਤਲਬ ਆਟੇ ਦੇ ਵਿੱਚ ਨੂਣ ਦੀ ਤਰ੍ਹਾਂ ਹੁੰਦੇ, ਬਟ ਫਿਰ ਵੀ ਪਰ ਹੰਗਾਮਾ ਉਹ ਵੀ ਹਮਲੇ ਤੱਕ ਹਮਲਾ ਨਹੀਂ ਕਰਨਾ ਚਾਹੀਦਾ ਜੀ। ਬਿਲਕੁਲ ਇਹ ਬਹੁਤ ਸ਼ਰਮਿੰਦਗੀ ਦੀ ਗੱਲ। ਜੀ ਤੁਹਾਡੀ ਗੱਲ ਕੱਟ ਰਹੀ ਹੈ। ਮੈਨੂੰ ਇਹ ਲੱਗਦਾ ਹੈ ਕਿ 300 ਰੁਪਏ ਦਾ ਮਾਮਲਾ ਨਹੀਂਗਾ। ਜਿਸ ਤਰ੍ਹਾਂ ਨਾਲ ਉਹ ਬੰਦਾ ਆਇਆ ਹੈ ਜਾਂ ਜਿਸ ਤਰ੍ਹਾਂ ਨਾਲ ਉਹ ਬੰਦਾ ਮੈਨੂੰ ਦੇਖਦਾ ਹੈ, ਮੈਨੂੰ ਲੱਗਦਾ ਹੈ ਕਿ ਵੀ ਉਹਦੀਆਂ ਚਾਲਾਂ ਕੁਝ ਹੋਰ ਨੇ। ਤੁਹਾਨੂੰ ਇਹ ਚੀਜ਼ਾਂ ਹੁੰਦੀਆਂ ਜਾ ਰਹੀਆਂ। ਜਦੋਂ ਵੀ ਉਹ ਆਂਦਾ ਹੈ ਨਾ, ਉਹ ਇਸ ਤਰ੍ਹਾਂ ਦੇਖ ਕੇ ਲੰਘਦਾ ਹੈ ਨਾ ਕਿ ਜਿੱਦਾਂ ਉਹਨੂੰ ਇਹ ਲੱਗਦਾ ਹੋਵੇ ਕਿ ਪਤਾ ਨਹੀਂ ਇਹਨਾਂ ਨੇ ਕੀ ਜੁਰਮ ਕੀਤਾ। ਜਦ ਅਵੇਲੇਬਲ ਹੈ, ਮੈਨੂੰ ਇਹ ਲੱਗ ਰਿਹਾ ਹੈ ਕਿ ਸ਼ੀ ਇਜ਼ ਅਵੇਲੇਬਲ ਔਰ ਮੈਂ ਬਰਦਾਸ਼ਤ ਨਹੀਂ ਕਰਦੀ। ਆਮ ਐ ਵੈਰੀ ਬੋਲਡ ਵੂਮਨ। ਮੈਂ ਕਹਿੰਦੇ ਹੁੰਦੇ ਨੇ ਵੀ ਅਗਲਾ ਕੋਈ ਜਨਮ ਹੋਊ ਤਾਂ ਕੀ ਬਣੇਗੀ। ਮੈਂ ਤਾਂ ਕਹਿੰਦੀ ਮੈਂ ਵਿਮਨ ਹੀ ਬਣਾ, ਔਰਤ ਹੋਵਾਂ, ਔਰਤ ਬਣ ਕੇ ਹੀ ਆਵਾਂ। ਲੇਕਿਨ ਔਰਤ ਨੂੰ ਰੱਬ ਨੇ ਬਣਾਇਆ ਇਸ ਕਿਸਮ ਦਾ ਹੈ ਕਿ ਇਲਜ਼ਾਮ ਔਰਤ 'ਤੇ ਹੀ ਆਉਂਦੇ ਹੁੰਦੇ ਨੇ। ਮੈਂ ਫਿਜ਼ੀਕਲੀ ਔਰਤ ਮੁਕਾਬਲਾ ਨਹੀਂ ਕਰ ਸਕਦੀ, ਇਸ ਕਰਕੇ ਮੈਨੂੰ ਉਸ ਦੀਆਂ ਜਿਹੜੀਆਂ ਅੱਖਾਂ ਨੇ, ਉਸ ਦਾ ਜਿਹੜਾ ਐਕਸ਼ਨ ਹੈ, ਨੋ। ਮੈਂ ਇਸੇ ਕਰਕੇ ਉਹਨਾਂ ਨੂੰ ਕਿਹਾ ਸੀ ਕਿ ਬੰਦਾ ਅੰਦਰ ਹੋਣਾ ਚਾਹੀਦਾ, ਇਹਨੂੰ ਸਜ਼ਾ ਹੋਣੀ ਚਾਹੀਦੀ ਹੈ। ਔਰ ਟ੍ਰੈਸਪਾਸਿੰਗ ਤਾਂ ਹੈਗੀ ਹੋਈ ਹੈ। ਪੁਲਿਸ ਨੂੰ ਤੁਸੀਂ ਦੱਸਿਆ ਕਿ ਮਤਲਬ ਮੈਨੂੰ ਉਹ ਸਿਰਫ ਉਹ ਮਾਮਲਾ ਨਹੀਂ ਲੱਗਦਾ, ਕੋਈ ਅੱਗਾ ਪਿੱਛਾ ਮਾਮਲਾ ਤੁਹਾਨੂੰ ਲੱਗਦਾ? ਕਿਹਾ ਉਸ ਨੂੰ, ਯੈਸ ਮੈਂ ਕਿਹਾ ਉਸ ਨੂੰ। ਔਰ ਉਹਨਾਂ ਨੇ ਕਿਹਾ ਕੋਈ ਨਹੀਂ ਕਰਾਂਗੇ। ਮੈਂ ਅੱਜ ਵੀ ਫੋਨ ਕੀਤਾ। ਥੋੜੇ ਬਿਜ਼ੀ ਚੱਲ ਰਹੇ ਹਾਂ ਜੀ ਅਸੀਂ। ਮੈਨੂੰ ਤੁਸੀਂ ਦੱਸੋ ਕੀ ਬਿਜ਼ੀ ਚੱਲ ਰਹੇ ਇਹਨਾਂ ਦਿਨਾਂ 'ਚ? ਅੱਛਾ ਮੈਮ, ਕੀ ਇੱਕ ਆਖਰੀ ਸਵਾਲ ਹੈ, ਬਹੁਤ ਦੁੱਖ ਦੀ ਗੱਲ ਹੈ ਜਦੋਂ ਕਿ ਇਦਾਂ ਦੇ ਕੁਝ ਹਾਦਸੇ ਹੁੰਦੇ ਆ। ਕੀ ਲੱਗਦਾ ਵੀ ਇੰਨਾ ਕੁਛ ਸਮਾਜ ਵਾਸਤੇ ਕਰਕੇ, ਇੰਨਾ ਕੁਛ ਸੁਸਾਇਟੀ ਦੇ ਵਿੱਚ ਰਹਿੰਦਿਆਂ ਮਤਲਬ ਆਪਣੇ ਤੁਸੀਂ ਸੀਨੀਅਰ ਸਿਟੀਜ਼ਨ ਹੁੰਦੇ ਆ, ਹੈ ਨਾ, ਜਦੋਂ ਤੁਸੀਂ ਮਤਲਬ ਆਪਣੀ ਸਿਹਤ ਦਾ ਖਿਆਲ ਰੱਖਣਾ ਉਦੋਂ ਵੀ ਤੁਸੀਂ ਸੁਸਾਇਟੀ ਵਾਸਤੇ, ਜਿਵੇਂ ਤੁਹਾਡੇ ਸਾਥੀ ਦੱਸਦੇ ਨੇ ਵੀ ਮੈਂਬਰ, ਤੇ ਸਾਹਿਤ ਵਾਸਤੇ ਇੰਨਾ ਕੁਛ ਲਿਖਿਆ। ਮਤਲਬ ਤੁਸੀਂ, ਕਹਿਣ ਦਾ ਭਾਵ ਮੇਰਾ ਇਹ ਹੈ ਵੀ ਤੁਸੀਂ ਉਹਨਾਂ ਚੀਜ਼ਾਂ ਨੂੰ, ਜਿਹੜਾ ਬੰਦਾ ਲਿਖਦਾ ਹੁੰਦਾ ਬਹੁਤ ਸੈਂਸਿਟਿਵ ਹੁੰਦਾ ਅਤੇ ਬੜਾ ਇਮੋਸ਼ਨਲ ਹੁੰਦਾ, ਬੜਾ ਤਰੀਕੇ ਨਾਲ ਫੀਲ ਕੀਤਾ ਹੁੰਦਾ। ਤੁਸੀਂ ਸ਼ਿਵ ਕੁਮਾਰ ਬਟਾਲਵੀ ਵਰਗੇ ਜੋ ਸ਼ਾਇਰ ਨੇ, ਉਹਨਾਂ ਨਾਲ ਤੁਹਾਡੀ ਸਾਂਝ ਰਹੀ ਹੈ, ਪ੍ਰੋਫੈਸਰ ਮੋਹਨ ਸਿੰਘ ਹੋਰਾਂ ਨਾਲ ਤੁਹਾਡੀ ਸਾਂਝ ਰਹੀ ਹੈ। ਇੱਥੇ ਮਤਲਬ ਹੋਣ ਵਾਲੀ ਉਮਰ ਦੇ ਵਿੱਚ ਇਹ ਹਮਲੇ ਹੋ ਜਾਂਦੇ ਨੇ, ਕੀ ਮਨ ਦੇ ਵਿੱਚ ਕੀ ਚੱਲਦਾ? ਉਹ ਮਨ 'ਚ ਇਹ ਆ ਵੀ ਘਟੀਆ ਲੋਕ ਨੇ ਇਹ। ਜਿੱਥੇ ਲੋਕ ਸਾਰੇ ਵਧੀਆ ਨੇ, ਜਿਨ੍ਹਾਂ ਲਈ ਮੈਨੂੰ ਇਹ ਲੱਗਦਾ ਵੀ ਬਿਜਲੀ ਨਹੀਂ ਹੈਗੀ, ਮੈਂ ਕਰ ਸਕਦੀ ਹਾਂ, ਲੈਟ ਮੀ ਕਾਲ। ਜੇ ਮੈਨੂੰ ਲੋਕੀ ਜਾਣਦੇ ਨੇ, ਪੋਲੀਟੀਕਲੀ ਮੈਨੂੰ ਪਛਾਣਦੇ ਨੇ, ਤੇ ਮੈਂ ਕਿਉਂ ਨਹੀਂ ਯੂਜ਼ ਕਰੂੰਗੀ ਆਪਣਾ? ਮੈਂ ਟੈਲੀਫੋਨ ਕਰਦੀ ਹਾਂ। ਔਰ ਮੈਂ ਜਗਮੋਹਨ ਕੰਗ ਦਾ ਮੈਂ ਧੰਨਵਾਦੀ ਹਾਂ। ਉਹਨਾਂ ਨੇ ਮੈਨੂੰ ਉਹ ਲਾਈ, ਉਹਦੇ ਨਾਲ ਕਾਨਫਰੰਸਿੰਗ ਲਾਈ, ਚੇਅਰ ਆਪਣੇ ਕਿਹੜਾ ਹੈਗਾ ਬਿਜਲੀ ਬੋਰਡ ਦਾ ਚੇਅਰਮੈਨ, ਉਹਦੇ ਨਾਲ ਮੈਨੂੰ, ਚੇਅਰਮੈਨ ਨਹੀਂ, ਉਹ ਐਕਸੀਅਨ, ਮੈਡਮ ਆਪਣੀ ਪ੍ਰੋਬਲਮ ਦੱਸੋ, ਮੈਂ ਸੁਣ ਰਿਹਾ। ਔਰ ਮੇਰਾ ਖਿਆਲ ਹਫਤਾ ਨਹੀਂ ਹੋਇਆ 300 ਵਾਟ ਦਾ ਸਾਡੇ ਟਰਾਂਸਫਾਰਮਰ ਲੱਗ ਗਿਆ। ਮੈਂ ਕਹਿੰਦੀ ਹਾਂ ਵੀ ਇਹ ਮੇਰਾ ਮਾਣ ਹੈ,
ਮੈਨੂੰ ਰੈਕਗਨਾਈਜ਼ ਕਰਦੇ ਨੇ। ਜੇ ਮੈਂ ਕਰਦੀ ਹਾਂ, ਮੇਰੇ ਮੈਂ ਖੁਸ਼ ਰਹਿਣਾ ਹੈ ਤਾਂ ਮੇਰੇ ਲੋਕ ਖੁਸ਼ ਨਹੀਂ ਰਹਿਣਗੇ ਤਾਂ ਮੈਂ ਖੁਸ਼ ਕਿੱਦਾਂ ਰਹੂੰਗੀ। ਚੰਗੀ ਗੱਲ ਹੈ ਜੀ, ਵੈਸੇ ਕੋਈ ਹਰ ਕੋਈ ਨਹੀਂ ਸੋਚਦਾ। ਅੱਛਾ ਫਿਰ ਹਮਲੇ ਦੀ ਗੱਲ ਤਾਂ ਚਲੋ ਆਪਾਂ ਡਿਸਕਸ ਕਰ ਹੀ ਲਈ ਹੈ। ਜੇ ਇਹਨਾਂ ਦੀ ਪਰਸਨੈਲਿਟੀ ਦੀ ਗੱਲ ਕਰੀਏ ਤਾਂ ਇਹੋ ਜਿਹੇ ਹਾਦਸੇ ਹੋਣੇ ਬਹੁਤ ਅਲੱਗ ਗੱਲ ਹੈ। ਤੁਸੀਂ ਸਾਹਮਣੇ ਰਹਿੰਦੇ ਹੋ, ਕੀ ਕੁਛ ਸਿੱਖਦੇ ਹੋ ਮੈਡਮ? ਮੇਰੇ ਤਾਂ ਆਈਡਲ ਨੇ ਮੈਂ ਤਾਂ ਇਹਨਾਂ ਨੂੰ ਖੁਦ ਫੋਲੋ ਕਰਦੀ ਹਾਂ। ਮੈਂ ਹਮੇਸ਼ਾ ਉੱਦਾਂ ਹੀ ਬੋਲਡ ਬਣਨ ਦੀ ਕੋਸ਼ਿਸ਼ ਕਰਦੀ ਹਾਂ ਜਿੱਦਾਂ ਮੈਮ ਇਕੱਲੇ ਰਹਿੰਦੇ ਨੇ ਔਰ ਮੈਂ ਰਹਿ ਰਹੀ ਹਾਂ। ਔਰ ਮੈਨੂੰ ਲੱਗਦਾ ਇਹਨਾਂ ਤੋਂ ਬਹੁਤ ਚੀਜ਼ਾਂ ਸਿੱਖੀਆਂ ਜਾ ਸਕਦੀਆਂ ਨੇ। ਸੁਸਾਇਟੀ 'ਚ ਹਰ ਬੰਦਾ ਮਾੜਾ ਨਹੀਂ ਹੁੰਦਾ ਅਤੇ ਆਪਾਂ ਕਹਿ ਸਕਦੇ ਬਹੁਤ ਲੋਕ ਸਾਡੀ ਸਪੋਰਟ ਲਈ ਵੀ ਖੜੇ ਨੇ, ਜਿੱਦਾਂ ਸਾਰੇ ਖੜੇ ਨੇ, ਇਹ ਰਿਸਪੈਕਟ ਵੀ ਕਰਦੇ ਨੇ। ਪਰ ਕੁਝ ਬੰਦਿਆਂ ਦੇ ਕਰਕੇ ਹੈ ਨਾ ਵੂਮਨ ਕਿਤੇ ਨਾ ਕਿਤੇ ਥੱਲੇ ਰਹਿ ਜਾਂਦੀਆਂ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਇਹਨਾਂ ਨੂੰ ਦਬਾ ਕੇ ਰੱਖੀਏ, ਇਹਨਾਂ ਨੂੰ ਪੈਰ ਦੀ ਜੁੱਤੀ ਬਣਾ ਕੇ ਰੱਖੀਏ। ਪਰ ਇਹ ਅੱਜ ਦੇ ਜ਼ਮਾਨੇ 'ਚ ਇਹ ਚੀਜ਼ਾਂ ਗਲਤ ਨੇ। ਅਗਰ ਸਾਰਿਆਂ ਨੂੰ ਹੱਕ ਮਿਲਿਆ ਔਰ ਖਾਸ ਕਰਕੇ ਮੈਮ ਇੰਦਰਾ ਮੈਮ ਨੂੰ ਨਾ, ਜਿਨ੍ਹਾਂ ਦੀ ਮੈਂ ਬਹੁਤ ਰਿਸਪੈਕਟ ਕਰਦੀ ਹਾਂ, ਸਾਰਾ ਜਾਣੀ ਕਿ ਸਾਡੀ ਸਾਰੀ ਸੁਸਾਇਟੀ ਇਹਨਾਂ ਦੀ ਰਿਸਪੈਕਟ ਕਰਦੀ ਆ, ਕਿਉਂਕਿ ਬਹੁਤ ਅੱਛੇ ਆਰਟਿਸਟ ਵੀ ਨੇ, ਬਹੁਤ ਚੀਜ਼ਾਂ ਸਿੱਖਣ ਨੂੰ ਵੀ ਮਿਲਦੀਆਂ ਨੇ। ਔਰ ਇੱਕ ਉਹ ਸੀਨੀਅਰ ਸਿਟੀਜ਼ਨ ਹੈ ਨਾ, ਜਿਹੜੇ ਹਜੇ ਅਸੀਂ ਖੁਦ ਬੱਚੇ ਹੈ ਨਾ, ਸਾਡੇ ਇੱਕ ਗੱਲ 'ਤੇ ਕੋਈ ਨਾ ਕੰਮ ਕਰੇ ਪਰ ਇਹਨਾਂ ਦੀ ਇੱਕ ਬੋਲ 'ਤੇ ਉਹ ਕੰਮ ਹੋ ਜਾਂਦੇ ਨੇ ਹੈ ਨਾ। ਔਰ ਉਹ ਬੰਦਾ ਆਣ ਕੇ ਇਹਨਾਂ 'ਤੇ ਐਲੀਗੇਸ਼ਨ ਲਗਾ ਰਿਹਾ ਜਾਂ ਇਹਨਾਂ ਨੂੰ ਹੈ ਨਾ ਟੌਰਚਰ ਕਰ ਰਿਹਾ, ਤਾਂ ਸਾਡੇ ਲਈ ਸ਼ਰਮ ਦੀ ਗੱਲ ਹੈ। ਅੱਛਾ ਇਹ ਹੀਰਾ ਜੀ ਤੁਸੀਂ ਹੋ ਜਿਹਨਾਂ ਨੂੰ ਸਭ ਤੋਂ ਪਹਿਲਾਂ ਮੈਮ ਨੇ ਬੁਲਾਇਆ ਸੀ, ਤੁਹਾਨੂੰ ਜਦੋਂ ਮੈਮ ਖੁਦ ਬੁਲਾਉਣ ਗਏ? ਹਾਂਜੀ, ਇਹ ਗਏ ਸੀਗੇ। ਦੇਖਿਆ ਤੁਸੀਂ ਜਦੋਂ ਆਏ ਇੱਥੇ? ਜਦੋਂ ਮੈਂ ਆਇਆ ਤਾਂ ਉਹ ਗਾਲਾਂ ਕੱਢ ਰਹੇ ਸੀਗੇ ਇਹਨਾਂ ਨੂੰ, ਤਾਂ ਕੁਝ ਬਹੁਤ ਮੰਦਾ ਬੋਲ ਰਿਹਾ ਮਾੜੀ। ਤੁਹਾਡੇ ਨਾਲ ਵੈਸੇ ਉਹਨਾਂ ਦੀ ਚਲੋ ਮੈਮ ਨਾਲ ਚਲੋ ਜਿਵੇਂ ਕਹਿੰਦੇ ਕੋਈ ਪੁਰਾਣਾ ਹੋਏਗਾ ਕੁਝ ਵੀ, ਤੁਹਾਡੇ ਨਾਲ ਹੈਲੋ ਹਾਏ ਹੈ ਲੰਘਦੇ ਟੱਪਦੇ ਬੁਲਾਉਂਦੇ ਸੀ ਕਿ ਕਿਉਂਕਿ ਤੁਹਾਡੀ ਸੁਸਾਇਟੀ ਇੰਨੀ ਵੱਡੀ ਵੀ ਨਹੀਂ ਹੈ? ਨਹੀਂ ਮੈਡਮ, ਨਹੀਂ ਸਾਡੇ ਨਾਲ ਕੁਝ ਨਹੀਂ ਉਹਨਾਂ ਦਾ। ਔਰ ਤੁਸੀਂ ਫਿਰ ਕੀ ਦੇਖਿਆ ਇੱਥੇ ਆ ਕੇ, ਕੀ ਚੱਲ ਰਿਹਾ ਸੀ ਇੱਥੇ ਉਹ ਗਾਲਾਂ ਕੱਢ ਰਹੇ ਸੀ ਇਹਨਾਂ ਨੂੰ। ਇਹਨਾਂ 'ਤੇ ਇੱਕ ਤਰ੍ਹਾਂ ਦਾ ਅਗਰ ਸੁਸਾਇਟੀ ਮੈਂਬਰ ਨਾ ਆਉਂਦੇ ਤਾਂ ਕੁਝ ਵੀ ਅਟੈਂਪਟ ਕਰ ਸਕਦੇ ਸੀ ਇਹਨਾਂ 'ਤੇ। ਇਹਨਾਂ ਨੂੰ ਜਾਨੀ ਹੋ ਸਕਦਾ ਨੁਕਸਾਨ ਹੋ ਸਕਦਾ ਸੀ, ਯਾਨੀ ਕਿ ਕੁਝ ਵੀ ਮਾੜਾ ਹੋ ਸਕਦਾ ਸੀ। ਲੱਗਦਾ ਵੀ ਕਿਸੇ ਐਸੀ ਪਲੈਨਿੰਗ 'ਚ ਹੀ ਆਏ ਸੀ? ਬਿਲਕੁਲ ਲੱਗਦਾ ਸੀ, ਜਿਸ ਤਰ੍ਹਾਂ ਉਹ ਹੱਥੋਂ ਪਾਈ ਜਾਂ ਗਾਲਾਂ ਕੱਢ ਰਹੇ ਸੀ, ਉਹ ਕੁਝ ਵੀ ਕਰ ਸਕਦੇ ਸੀ। ਉਹਨਾਂ ਨੇ ਆਪਣੀ ਗੱਡੀ ਬਿਲਕੁਲ ਇੱਥੇ ਲਗਾ ਕੇ ਰਸਤਾ ਪੂਰਾ ਬਲੌਕ ਕਰਤਾ, ਮੈਡਮ ਦੇ ਘਰ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਬਾਅਦ ਸਾਰਾ ਐਪੀਸੋਡ ਉਹਨਾਂ ਨੇ ਕ੍ਰੀਏਟ ਕੀਤਾ ਜਾਣਬੁੱਝ ਕੇ। 3 ਫੈਮਿਲੀਜ਼ ਨੇ ਜੀ ਇਨਵੋਲਵਡ। ਫੈਮਿਲੀਜ਼ 3 ਫੈਮਿਲੀਜ਼ ਨੇ। ਇੱਕ ਤਾਂ ਪਰਵਿੰਦਰ ਸਿੰਘ ਉਹਦੀ ਵਾਈਫ ਅਤੇ ਉਹਦਾ ਬੇਟਾ, ਇੱਕ ਰਣਜੀਤ ਸਿੰਘ ਉਹਦੀ ਵਾਈਫ, ਉਹਦੇ ਬੱਚੇ ਹੋਣਗੇ ਤਾਂ ਮੈਨੂੰ ਨਹੀਂ ਪਤਾ, ਅਤੇ ਇੱਕ ਸੰਦੀਪ ਕੁਮਾਰ ਵਿਰਦੀ ਕੋਈ ਹੈਗਾ ਆ, ਉਹ ਵੀ ਸ਼ਾਮਲ ਹੈ। ਸੋ ਮੈਂ ਤੁਹਾਡੇ ਜ਼ਰੀਏ ਮੈਂ ਇਹ ਸਰਕਾਰ ਨੂੰ ਔਰ ਪੁਲਿਸ ਮਹਿਕਮੇ ਨੂੰ ਇਹ ਕਹਿੰਦੀ ਹੈ ਵੀ ਜੇ ਮੇਰੀ ਸੁਣਵਾਈ ਨਹੀਂ ਹੈ ਤਾਂ ਹੋਰ ਕਿਸੇ ਔਰਤ ਦੀ ਸੁਣਵਾਈ ਨਹੀਂ ਹੋਊ। ਜਿਹੜੀ ਮੈਂ ਲੋਕਾਂ ਨੂੰ ਲੈ ਕੇ ਆਪ ਜਾਂਦੀ ਹਾਂ, ਮੈਂ ਤਾਂ ਕਹਿੰਦੀ ਪੁਲਿਸ ਨੇ ਬਹੁਤ ਮਦਦ ਕੀਤੀ ਇੱਥੇ। ਕਿਸੇ ਦੀ ਕਲਾਸ 4 ਦੀ ਹੋ ਜੇ, ਵੱਡੇ ਦੀ ਹੋ ਜੇ, ਮੈਂ ਹਮੇਸ਼ਾ ਨਾਲ ਜਾਂਦੀ ਹਾਂ। ਠੀਕ ਹੈ, ਜੇ ਉਹ ਮੇਰੀ ਨਹੀਂ ਕਰਦੇ, ਜਿੰਨਾ ਚਿਰ ਤੱਕ ਇਸ ਬੰਦੇ ਨੂੰ ਸਜ਼ਾ ਨਹੀਂ ਮਿਲਦੀ, ਇਹ ਬੰਦਾ ਇਸੇ ਤਰ੍ਹਾਂ ਨਾਲ, ਅੱਜ ਮੈਂ ਹੈਗੀ ਆ ਉਹਦੀ ਪਿਨ ਪੁਆਇੰਟ ਵਿਕਟਮ ਮੈਂ ਆ, ਕੱਲ੍ਹ ਨੂੰ ਕੋਈ ਹੋਰ ਕੁੜੀ ਹੋਏਗੀ। ਸੋ ਇਹਨੂੰ ਜਿੰਨਾ ਚਿਰ ਸਜ਼ਾ ਨਹੀਂ ਹੁੰਦੀ, ਅਤੇ ਮੈਨੂੰ ਉਮੀਦ ਹੈ ਕਿ ਇਹ ਤੁਹਾਡਾ ਚੈਨਲ ਜਿਹੜਾ ਆ ਇਹਨੂੰ ਮੇਰੇ ਹੱਕ ਲਈ, ਮੇਰੀ ਪੇਨ ਲਈ ਉਹਨੂੰ ਸਜ਼ਾ ਦਿਵਾਉਣ ਦੇ ਵਿੱਚ ਮਦਦ ਕਰੇਗਾ। ਬਹੁਤ ਸ਼ੁਕਰੀਆ। ਸੋ ਦੋਸਤੋ ਤੁਸੀਂ ਸੁਣਿਆ ਕਿ ਇਹ ਮੈਮ ਮਨਜੀਤ ਇੰਦਰਾ ਅਤੇ ਉਹਨਾਂ ਦੇ ਸੁਸਾਇਟੀ ਦੇ ਕੁਝ ਸਾਥੀ ਨੇ, ਕਿਉਂਕਿ ਸੁਸਾਇਟੀ ਦੇ ਸਾਥੀਆਂ ਦਾ ਅਸੀਂ ਪਹਿਲਾਂ ਗੱਲ ਕਰਨ ਇੰਟਰਵਿਊ ਤੋਂ ਪਹਿਲਾਂ ਵੀ ਗੱਲ ਕੀਤੀ ਜਾਂ ਤੁਹਾਡੇ ਸਾਹਮਣੇ ਲੈ ਕੇ ਆਉਂਦਾ ਇਹ ਕਾਰਨ ਹੈ ਕਿਉਂਕਿ ਵਿਸ਼ਵਾਸ ਕਰਨਾ ਜੋ ਵਿਕਟਿਮ ਹੁੰਦਾ ਹੈ ਉਹਦੀ ਗੱਲ 'ਤੇ ਜੇ ਅਗਰ ਨਹੀਂ ਵੀ ਵਿਸ਼ਵਾਸ ਹੁੰਦਾ ਤਾਂ ਜੋ ਸਾਥੀ ਹੁੰਦੇ ਨੇ ਲੋਕ ਜੋ ਸੱਚ ਹੀ ਬੋਲਦੇ ਹੁੰਦੇ ਨੇ। ਔਰ ਅਗਰ ਇਹ ਸੱਚਮੁੱਚ ਐਸਾ ਕੁਛ ਉਹਨਾਂ ਦੇ ਮਨ ਦੇ ਵਿੱਚ ਇੰਟੈਂਸ਼ਨ ਹੈ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ, ਪੁਲਿਸ ਪ੍ਰਸ਼ਾਸਨ ਨੂੰ ਬਾਖੂਬੀ ਇਹਦੇ ਵਿੱਚ ਧਿਆਨ ਦੇਣਾ ਚਾਹੀਦਾ। ਪੁਲਿਸ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਇਹਦੇ 'ਤੇ ਐਕਸ਼ਨ ਨਹੀਂ ਲਿਆ, ਜਦ ਕਿ ਹਾਦਸਾ 19 ਤਰੀਕ ਦਾ, 21 ਤਰੀਕ ਨੂੰ ਇਹ ਰਿਪੋਰਟ ਲਿਖਵਾ ਦਿੱਤੀ ਗਈ ਸੀ, ਜਦ ਕਿ ਸਾਡੇ ਪੰਜਾਬ ਦੇ ਵਿੱਚ ਜੋ ਪੰਜਾਬ ਸਾਡੀ ਪੁਲਿਸ ਹੈ ਉਹ ਛੋਟੇ ਛੋਟੇ ਮਾਮਲਿਆਂ ਦੇ ਉੱਤੇ ਕਿੰਨੀਆਂ ਵੀਡੀਓਜ਼ ਦੇਖਦੇ ਆ, ਬਹੁਤ ਜ਼ਿਆਦਾ ਐਕਟਿਵ ਰਹਿੰਦੀ ਹੈ, ਪਰ ਇਹੋ ਜਿਹੇ ਵੱਡੇ ਮਾਮਲੇ ਨੇ ਫਿਰ ਉਹੀ ਗੱਲ ਆ ਜਾਂਦੀ ਵੀ ਔਰਤ ਦੀ ਜਿਹੜੀ ਮਤਲਬ ਸੁਣਵਾਈ ਬਹੁਤ ਘੱਟ ਹੁੰਦੀ ਹੈ। ਔਰ ਖਾਸ ਕਰਕੇ ਇਹੋ ਜਿਹੀ ਸ਼ਖਸੀਅਤ ਦੀ ਸੁਣਵਾਈ ਹੋਣਾ ਮਤਲਬ ਸਾਡੇ ਵਾਸਤੇ ਨਾ ਸੁਣਵਾਈ ਹੋਣਾ ਸਾਡੇ ਵਾਸਤੇ ਸ਼ਰਮ ਦੀ ਗੱਲ ਹੈ, ਜਿਨ੍ਹਾਂ ਨੇ ਹਮੇਸ਼ਾ ਸਾਰੀ ਉਮਰ ਸਾਡੀ ਪੰਜਾਬੀਅਤ ਵਾਸਤੇ ਆਪਣੀ ਜ਼ਿੰਦਗੀ ਲੇਖੇ ਲਾਈ ਹੈ, ਹੁਣ ਵੀ ਸੁਸਾਇਟੀ ਵਾਸਤੇ ਆਪਣੇ ਕੁਛ ਭਲੇ ਦੇ ਕੰਮ ਕਰ ਰਹੇ ਨੇ। ਅਸੀਂ ਪ੍ਰਸ਼ਾਸਨ ਨਾਲ ਵੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਜੋ ਗੱਲ ਹੈ ਉਸ ਤੱਕ ਪੁੱਛੀ ਜਾਵੇ, ਉਹਨਾਂ ਨੂੰ ਸਵਾਲ ਕੀਤੇ ਜਾਣ ਕਿ ਹਾਲੇ ਤੱਕ ਜੋ ਸੁਣਵਾਈ ਨਹੀਂ ਹੋਈ, ਕਿਉਂ ਨਹੀਂ ਹੋਈ।